ਵਾਹਿਗੁਰੂ ਸਾਹਿਬ ਜੀ। ਬਿਸਨ ਪਦ ਸਿੰਧਵੀ ਸੋਲਹਾ ਦੂਜੀ ਤਰਹ। ਪੁਨ ਕੋਪ ਜਨਿੰਦਰ ਚਾਪ ਲਈ। ਟੰਕਾਰ ਨਿਸੁੰਨੰ ਫੈਲ ਗਈ। ਪੁਨ ਕੋਪ ਜਨਿੰਦਰ ਚਾਪ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਦੀ ਕਥਾ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾ ਰਹੇ ਨੇ। ਸੱਚੇ ਪਾਤਸ਼ਾਹ ਜੀ ਕੱਲ ਆਪ ਜੀ ਨੂੰ ਦੱਸਦੇ ਪਏ ਸਨ, ਅਬ ਬਣਿਓ ਜੁਧ ਨਿਦਾਨ ਕੋ, ਬ੍ਰਿਜਨਾਦ ਘਾਤ ਲੁਝਾਨ ਕੋ। ਸਰਬਲੋ ਭਗਵਾਨ ਨੇ ਮਨ ਵਿੱਚ ਇਹ ਗੱਲ ਵਿਚਾਰੀ ਹੈ ਕਿ ਹੁਣ ਜੁਧ ਦਾ ਅੰਤ ਬਣਿਆ ਹੈ। ਉਹਨਾਂ ਲੁਝਾਨ ਜੁਧ ਦੇ ਮੈਦਾਨ ਵਿੱਚ ਬ੍ਰਿਜਨਾਦ ਨੂੰ ਘਾਤ ਮਾਰਨ ਦਾ ਘਾਤ ਮੌਕਾ ਬਣਿਆ ਹੈ। ਐਸਾ ਮਨ ਵਿੱਚ ਸਰਬਲੋ ਭਗਵਾਨ ਨੇ ਵਿਚਾਰਿਆ ਏ। ਫਿਰ ਕਲਗੀਧਰ ਪਾਤਸ਼ਾਹ ਜੀ ਉਸ ਸਮੇਂ ਦੇ ਵਾਤਾਵਰਣ ਦੀ ਵਹਿਣ ਵਿੱਚ ਬਹਿ ਗਏ। ਸੱਚੇ ਪਾਤਸ਼ਾਹ ਨੇ ਦੱਸਿਆ ਕਿ ਨਾ ਉੱਥੇ ਵਿਵਹਾਰਿਕ ਸੱਤਾ ਏ, ਨਾ ਉੱਥੇ ਪ੍ਰਤਿਭਾਸਕ ਸੱਤਾ ਏ, ਉੱਥੇ ਪਰਮਾਰਥਕ ਸੱਤਾ ਏ। ਅਸ ਈਸ ਮਨਹਿ ਵਿਚਾਰ ਕੈ ਈਸ਼ਵਰ ਸ਼੍ਰੀ ਸਰਬਲੋ ਨੇ ਐਸਾ ਮਨ ਵਿੱਚ ਵਿਚਾਰਿਆ ਏ ਕਿ ਬੀਰਜਨਾਥ ਦਾ ਮਨੋਬਲ ਢਹਿ ਗਿਆ ਏ। ਇਹਨੂੰ ਹੁਣ ਤਿਆਰ ਕਰੀਏ ਤੇ ਯੁੱਧ ਦੇ ਮੈਦਾਨ ਦੇ ਵਿੱਚ ਲੜਨ ਵਾਸਤੇ ਇਹਨੂੰ ਖੜਾ ਕਰੀਏ। ਯੁੱਧ ਹੇਤ ਤਾਹੋ ਪਰਾਜਿਓ। ਯੁੱਧ ਦੇ ਵਾਸਤੇ ਸਰਬਲੋ ਭਗਵਾਨ ਨੇ ਬੀਰਜਨਾਥ ਨੂੰ ਫਿਰ ਪੈਦਾ ਕੀਤਾ। ਪਰਾਸਰਮ ਸਮਰ ਨਿਵਾਜਿਓ। ਪਹਿਲਾਂ ਕਸ਼ਟ ਦੇ ਕੇ ਯੁੱਧ ਦੇ ਮੈਦਾਨ ਵਿੱਚ ਸੁੱਟਿਆ ਸੀ ਤੇ ਫਿਰ ਉਹਨੂੰ ਤਿਆਰ ਕਰਕੇ ਨਵਾਜ ਦਿੱਤਾ। ਬੀਰਜਨਾਥ ਤੌਣ ਨਿਮਿਤ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਤੌਣ ਤਿਸ ਯੁੱਧ ਦੇ ਮੈਦਾਨ ਦਾ ਨਿਮਿਤ ਕਾਰਨ ਬੀਰਜਨਾਥ ਹੈ। ਤਿਸ ਯੁੱਧ ਦੇ ਅੰਤ ਦੇ ਨਿਮਿਤ ਵਾਸਤੇ ਬੀਰਜਨਾਥ ਨੂੰ ਉਪਰਾਜ ਪੈਦਾ ਕੀਤਾ ਹੈ। ਅਨਿਤ ਹੈ ਜੋ ਬੀਰਜਨਾਥ ਮਨੋਬਲ ਕਰਕੇ, ਤਨ ਦੀ ਸ਼ਕਤੀ ਕਰਕੇ, ਜਾਦੂ ਦੀ ਸ਼ਕਤੀ ਕਰਕੇ ਅਨਿਤ ਮਰਿਆ ਪਿਆ ਸੀ। ਬਹੁ ਕਾਲ ਤਾ ਸੰਗ ਰੂਝਿਓ। ਬੜਾ ਲੰਮਾ ਸਮਾਂ ਜੋ ਸਰਬਲੋ ਭਗਵਾਨ ਦੇ ਨਾਲ ਜੂਝਦਾ ਆਇਆ ਏ। ਯੁੱਧ ਦੇ ਮੈਦਾਨ ਵਿੱਚ ਬਹੁਤੇ ਦੇਵਤੇ ਦੈਂਤ ਮਰੇ ਨੇ। ਦੇਵਤਿਆਂ ਦੈਂਤਾਂ ਨੂੰ ਭਾਰੀ ਮਾਣ ਸੀ। ਜੜ ਚੇਤਨ ਜੀਵਾਂ ਦੇ ਸਿਰ ਨੂੰ ਆਪਣੇ ਬਲ ਦਾ ਮਾਣ ਚੜਿਆ ਹੋਇਆ ਸੀ। ਉਹ ਸਾਰਾ ਮਾਣ ਤੇ ਹੰਕਾਰ ਉਤਾਰ ਕੇ ਸਾਰੇ ਜਗਤ ਨੂੰ ਆਪਣੇ ਵਿੱਚ ਲੀਨ ਕਰਕੇ ਤੇ ਸਰਬਲੋ ਭਗਵਾਨ ਜੀ ਲੜਦੇ ਪਏ ਨੇ। ਬੀਰਜਨਾਥ ਦੇ ਨਾਲ ਚਲਿੱਤਰ ਕਰਦੇ ਪਏ ਨੇ। ਇਹ ਆਪ ਜੀ ਨੇ ਕੱਲ ਪ੍ਰਸੰਗ ਸਰਵਣ ਕੀਤਾ ਹੈ। ਇਸ ਤਰੀਕੇ ਨਾਲ ਇਹ ਅਰਥਾਂ ਦੀ ਲਵੰਤਾ ਜੋੜਨੀ ਹੈ। ਆਓ ਪਿਆਰ ਦੇ ਨਾਲ ਅੱਗੇ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਬਿਸਨ ਪਦ ਸਿੰਧਵੀ ਸੋਲਹਾ ਦੂਜੀ ਤਰਹ। ਪੁਨ ਕੋਪ ਜਨਿੰਦਰ ਚਾਪ ਲਈ। ਮਹਾਰਾਜ ਕਲਗੀਧਰ ਜੀ ਕਹਿੰਦੇ ਫਿਰ ਗੁੱਸੇ ਵਿੱਚ ਆ ਕਰਕੇ ਜਨਾਂ ਦੇ ਮਾਲਕ ਸਰਬਲੋ ਭਗਵਾਨ ਨੇ ਆਪਣੇ ਹੱਥ ਵਿੱਚ ਚਾਪ ਮੈਨੇ ਧਨਖ ਲੈਣਾ ਕੀਤੀ ਹੈ। ਟੰਕਾਰ ਨਿਸੁੰਨੰ ਫੈਲ ਗਈ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਸ ਵਕਤ ਸਰਬਲੋ ਭਗਵਾਨ ਨੇ ਧਨਕ ਦੀ ਤੰਦੀ ਨੂੰ ਪਕੜ ਕਰਕੇ ਟੰਕਾਰਨਾ ਕੀਤਾ ਏ, ਉਸ ਵਕਤ ਨੇਵ ਵਿਸ਼ੇਸ਼ ਕਰਕੇ ਸੁੰਨੰ ਕਹੀਏ ਸੁਨ ਚਾਰੇ ਪਾਸੇ ਫੈਲ ਗਈ ਹੈ। ਚਾਰੇ ਪਾਸੇ ਸ਼ਰਨਾਟਾ ਹੀ ਸ਼ਰਨਾਟਾ ਫੈਲ ਗਿਆ ਏ। ਤਕ ਹੀ ਨਿਸਾਚਰ ਬਾਨ ਤਜਿਓ। ਮਹਾਰਾਜ ਕਲਗੀਧਰ ਜੀ ਕਹਿੰਦੇ ਦੈਂਤ ਦਾ ਹਿਰਦਾ ਤੱਕ ਕਰਕੇ
ਸਰਬਲੋ ਭਗਵਾਨ ਨੇ ਤੀਰ ਛੱਡਣਾ ਕੀਤਾ ਏ। ਕਰ ਮੁਰਸ਼ਿਦ ਦੈਤ ਕਿਰਪਾਨ ਬਜਿਓ। ਹਾਂ, ਦੈਂਤ ਨੂੰ ਮੂਰਛਿਤ ਕਰਕੇ ਸੁੱਟ ਦੇਣਾ ਕੀਤਾ ਏ ਤੇ ਉਹਦੇ ਉੱਪਰ ਕਿਰਪਾਨਾਂ ਦੀ ਮਾਰ ਚਲਾਉਣਾ ਕੀਤੀ ਹੈ। ਜਾਂ ਜਦੋਂ ਸਰਬਲੋ ਭਗਵਾਨ ਦੀ ਕਿਰਪਾਨ ਵੱਜੀ ਹੈ ਉਸ ਵਕਤ ਦੈਂਤ ਨੂੰ ਮੂਰਛਿਤ ਕਰਕੇ ਜੰਗ ਦੇ ਮੈਦਾਨ ਵਿੱਚ ਸੁੱਟ ਦੇਣਾ ਕੀਤਾ ਏ। ਹੂੰਕਾਰ ਫਨਿੰਦਰ ਸਹੰਸਰ ਮੁਖੰ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਵੇਂ ਹਜ਼ਾਰਾਂ ਮੁਖਾਂ ਵਾਲਾ ਸ਼ੇਸ਼ ਨਾਗ ਹੂੰਕਾਰੇ ਮਾਰਦਾ ਹੈ, ਇਸੇ ਤਰੀਕੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਤਿੱਖੇ ਤੀਰ ਬਰਛੀਆਂ ਆਦਿਕ ਚੱਲਦੀਆਂ ਪਈਆਂ ਨੇ। ਸਹੰਸਰ ਮੁਖੰ, ਹਜ਼ਾਰਾਂ ਮੁਖਾਂ ਵਾਲਾ ਜਿਵੇਂ ਸ਼ੇਸ਼ ਨਾਗ ਫੁੰਕਾਰੇ ਮਾਰਦਾ ਏ, ਫਨਾਂ ਦਾ ਮਾਲਕ। ਸਿਤ ਸਾਇਕ ਸਾੰਗ ਚੱਲਿਓ ਬੇਦੁਖੰ। ਹਾਂ, ਸਿਤ ਮੈਨੇ ਤਿੱਖੇ ਸਾਇਕ ਤੀਰ ਤੇ ਬਰਸ਼ੀਆਂ ਬੇਦੁਖੰ ਕਹੀਏ ਆਨੰਦ ਦੇ ਨਾਲ ਯੁੱਧ ਦੇ ਮੈਦਾਨ ਵਿੱਚ ਚੱਲਦੀਆਂ ਪਈਆਂ ਨੇ। ਭੁਜ ਫੋੜ ਨਿਸਾਚਰ ਪੈਠ ਗਈ। ਮਹਾਰਾਜ ਕਲਗੀਧਰ ਜੀ ਕਹਿੰਦੇ ਬਾਹਾਂ ਨੂੰ ਤੋੜ ਦੇਣਾ ਕੀਤਾ ਹੈ ਤੀਰਾਂ ਨੇ ਤੇ ਦੈਂਤ ਦੇ ਸਰੀਰ ਵਿੱਚ ਪ੍ਰਵੇਸ਼ ਕਰ ਗਏ ਨੇ ਤੀਰ ਤੇ ਬਰਸ਼ੀਆਂ। ਖਗਰਾਜ ਮਨੋ ਇਹ ਲੀਲ ਲਈ। ਮਹਾਰਾਜ ਕਲਗੀਧਰ ਜੀ ਕਹਿੰਦੇ ਮਾਨੋ ਗਰੜ ਨੇ ਇਹ ਮੈਨੇ ਸੱਪ ਨੂੰ ਲੀਲ ਮੈਨੇ ਨਿਗਲ ਲੈਣਾ ਕੀਤਾ ਏ। ਇਹ ਗੁਰੂ ਖਾਲਸਾ ਜੀ ਐੜਾ ਤੇ ਹਾਹੇ ਨੂੰ ਸਿਹਾਰੀ ਹੈ। ਮਾਤਾ ਜੀ ਦੇ ਅਸਥਾਨ ਤੇ ਜੋ ਬੀੜ ਹੈ ਲਿਖਤੀ ਤੇ ਗਿਆਨੀ ਚੰਦਾ ਸਿੰਘ ਨੇ ਜੋ ਲਿਖਤੀ ਬੀੜ ਲਿਖੀ ਹੈ ਉਹ ਬੀੜ ਵਿੱਚ ਐੜਾ ਤੇ ਹਾਹੇ ਨੂੰ ਸਿਹਾਰੀ ਇਹ ਇਸ ਤਰੀਕੇ ਨਾਲ ਪਾਠ ਹੈ। ਇਹ ਪਾਠ ਗੁਰੂ ਖਾਲਸਾ ਜੀ ਪਿੰਗਲ ਦੇ ਲਿਹਾਜ਼ ਨਾਲ ਵੀ ਠੀਕ ਬਣਦਾ ਏ, ਮਾਤਰਾ ਵੀ ਪੂਰੀਆਂ ਰਹਿੰਦੀਆਂ ਨੇ। ਇਸ ਲਈ ਇਹ ਪਾਠ ਠੀਕ ਜਾਣ ਕੇ ਆਪਣੀਆਂ ਪੋਥੀ ਸਾਹਿਬਾਂ ਤੇ ਸੁਧਾਰ ਲੈਣਾ। ਮਹਾਰਾਜ ਕਲਗੀਧਰ ਜੀ ਕਹਿੰਦੇ ਬਾਹਾਂ ਨੂੰ ਤੋੜ ਕਰਕੇ ਉਹ ਬਰਛੀਆਂ ਉਹ ਤੀਰ ਬੀਰਜਨਾਥ ਦੇ ਸਰੀਰ ਵਿੱਚ ਇਉਂ ਪ੍ਰਵੇਸ਼ ਕੀਤੇ ਨੇ ਮਾਨੋ ਗਰੜ ਨੇ ਸੱਪਾਂ ਨੂੰ ਹੀ ਨਿਗਲ ਲੈਣਾ ਕੀਤਾ ਏ। ਮਾਨੋ ਗਰੜ ਨੇ ਸੱਪ ਨੂੰ ਨਿਗਲ ਲੈਣਾ ਕੀਤਾ ਏ। ਸਹਥੀ ਪਸੁੰਡੀ ਪੁੰਨ ਚੋਟ ਕਰਿਓ। ਮਹਾਰਾਜ ਕਲਗੀਧਰ ਜੀ ਕਹਿੰਦੇ ਸਹਥੀ ਬਰਛੀ ਤੇ ਪਸੁੱਡੀ ਇਹ ਵੀ ਗੁਰੂ ਖਾਲਸਾ ਜੀ ਇੱਕ ਸ਼ਸਤਰ ਦਾ ਨਾਮ ਹੈ, ਨੇਜੇ ਨੂੰ ਕਹਿ ਦਿੰਦੇ ਨੇ, ਜਿਸ ਨਾਲ ਹਾਥੀ ਨੂੰ ਭਜਾਇਆ ਜਾਂਦਾ ਏ, ਪਿਛਾਂਹ ਨੂੰ ਮੋੜਿਆ ਜਾਂਦਾ ਏ, ਹਾਥੀ ਦੇ ਸਰੀਰ ਨੂੰ ਵਿੰਨਿਆ ਜਾਂਦਾ ਏ। ਐਸੇ ਭਾਰੀ ਭਾਲੇ ਦਾ ਨਾਮ ਪਸੁੱਡੀ ਹੈ। ਫਿਰ ਪਸੁੱਡੀ ਤੇ ਬਰਛੀ ਦੀ ਚੋਟ ਕਰਨਾ ਕੀਤੀ। ਬੀਰਜਨਾਦ ਜਨਿੰਦਰ ਹੈ ਮਾਰ ਧਰਿਓ। ਹਾਂ, ਬੀਰਜਨਾਥ ਦੇ ਸਰੀਰ ਉੱਪਰ ਸਰਬਲੋ ਭਗਵਾਨ ਨੇ ਮਾਰ ਮਾਰੀ ਹੈ। ਤ੍ਰਿਸੂਲ ਗਦਾ ਗੁਰਜ ਮਾਰ ਪਰੀ। ਮਹਾਰਾਜ ਕਲਗੀਧਰ ਜੀ ਕਹਿੰਦੇ ਤਰਸੂਲ ਗਦਾ ਗੁਰਜ ਇਤਿਆਦਿਕ ਸ਼ਾਸਤਰਾਂ ਦੀ ਭਾਰੀ ਮਾਰ ਬੀਰਜਨਾਥ ਤੇ ਪਈ ਹੈ। ਗੜੀਆ ਬੱਲਮ ਸਾਮ ਸਾਮ ਝਰੀ। ਉੱਥੇ ਗੜੀਆ ਬੱਲਮ ਸਮਸਾਮ ਤਲਵਾਰ ਜੰਗ ਦੇ ਮੈਦਾਨ ਵਿੱਚ ਚੱਲੀ ਹੈ। ਕਿਰਪਾਨ ਕਟਾਰ ਜਮਦਾਰ ਧਰਤ। ਮਹਾਰਾਜ ਕਲਗੀਧਰ ਜੀ ਕਹਿੰਦੇ ਕਿਧਰੇ ਕਿਰਪਾਨ ਕਟਾਰਾਂ ਜਮਦਾਰ ਨਾਮ ਕਟਾਰ ਦਾ ਹੀ ਹੈ ਤੇ ਧਰਤ ਮੈਨੇ ਚਲਦੀਆਂ ਪਈਆਂ ਨੇ। ਹਵ ਦਾਰਨ ਬੀਰਨ ਜੋਧ ਮਰਤ। ਹਾਂ, ਜੰਗ ਦੇ ਮੈਦਾਨ ਦੇ ਵਿੱਚ ਹਵ ਮੈਨੇ ਜੰਗ ਤੇ ਦਾਰਨ ਮੈਨੇ ਭਿਆਨਕ ਯੁੱਧ ਦੇ ਮੈਦਾਨ ਵਿੱਚ ਬੀਰਨ ਜੋਧ ਸੂਰਮਤਾਈ ਵਾਲੇ ਜੋ ਦੋਨੋਂ ਹੀ ਯੋਧੇ ਨੇ ਉਹ ਮਰਦੇ ਜਾਂਦੇ ਨੇ। ਭਾਵ ਮਰਨ ਪ੍ਰਯੰਤ ਜ਼ੋਰ ਲਾ ਕਰਕੇ ਯੁੱਧ ਕਰਦੇ ਪਏ ਨੇ। ਬੀਰਨ ਕਹੀਏ ਸੂਰਮਤਾਈ ਵਾਲੇ ਯੋਧੇ, ਇੱਕ ਪਾਸੇ ਸਰਬਲੋਧ ਇੱਕ ਪਾਸੇ ਬੀਰਜਨਾਥ, ਦੋਨੋਂ ਮਰਦੇ ਹੀ ਜਾਂਦੇ ਨੇ। ਮਰਨ ਪ੍ਰਯੰਤ ਜ਼ੋਰ ਲਾ ਕਰਕੇ ਯੁੱਧ ਕਰਦੇ ਪਏ ਨੇ ਓੜਕ ਦਾ। ਗੁਰਜ ਗੂਫਨ ਸੈਫ ਤੁਫੰਗ ਤਬਰ। ਮਹਾਰਾਜ ਕਲਗੀਧਰ ਜੀ ਕਹਿੰਦੇ ਕਿਧਰੇ ਗੁਰਜ ਗੋਪੀਆ ਸੈਫ ਤਫੰਗ ਤਬਰ ਕੁਹਾੜਾ ਆਦਿਕ ਚੱਲਦਾ ਪਿਆ ਏ। ਜੰਬੂਆ ਪਿਸਟਲ ਹੱਥ ਨਾਲ ਜਬਰ ਭਾਰੀ ਹੱਥ ਨਾਲ ਬੰਦੂਕ ਪਿਸਟਲ ਪਿਸਤੌਲ ਜੰਬੂਆ ਆਦਿਕ ਚੱਲਦਾ ਪਿਆ ਏ। ਹੁਕ ਨਾਲ ਬੰਦੂਕ ਧਮਾਕ ਛੁੱਟਤ। ਹਾਂ, ਹੁਕ ਨਾਲ ਰੁਕ ਕੇ ਚੱਲਣ ਵਾਲੀ ਬੰਦੂਕ
ਜਾਂ ਗੁਰੂ ਖਾਲਸਾ ਜੀ ਜਿਹੜੀ ਬੰਦੂਕ ਹੌਕਾ ਨਾ ਲੈਣ ਦਵੇ, ਏਡੀ ਜ਼ੋਰ ਦੇ ਨਾਲ ਮਾਰ ਵੱਜੇ, ਬਸ ਉੱਥੇ ਹੀ ਜਿਹਨੂੰ ਵੱਜੇ ਉਹ ਡਿੱਗ ਪਵੇ। ਹੌਕਾ ਨਾ ਭਰਨ ਦੇਵੇ ਜਿਹੜੀ ਬੰਦੂਕ, ਉਹਨੂੰ ਹੁੱਕ ਨਾਲ ਕਹਿੰਦੇ ਨੇ। ਤੇ ਐਸੀਆਂ ਬੰਦੂਕਾਂ ਚੱਲਦੀਆਂ ਨੇ, ਧਮਾਕੇ ਹੁੰਦੇ ਪਏ ਨੇ। ਵਜਰਬਾਨ ਸਿਲੀ ਮੁਖ ਤੀਰ ਉਡਤ। ਮਹਾਰਾਜ ਕਲਗੀਧਰ ਜੀ ਕਹਿੰਦੇ ਪੱਥਰ ਵਰਸਾਉਣ ਵਾਲੇ, ਪਹਾੜਾਂ ਦੀਆਂ ਸਿਲਾਂ ਵਰਸਾਉਣ ਵਾਲੇ, ਸਿਲਾਂ ਵਾਂਗੂ ਤਿੱਖੇ ਜਿਹੜੇ ਤੀਰ ਨੇ ਉਹ ਅਸਮਾਨ ਵਿੱਚ ਉੱਡਦੇ ਜਾਂਦੇ ਨੇ ਤੇ ਧਮਾਕੇ ਛੁੱਟਦੇ ਪਏ ਨੇ, ਧਮਾਕੇ ਹੁੰਦੇ ਪਏ ਨੇ। ਚੰਦਰਹਾਸ ਦੁਧਾਰਨ ਮਾਰ ਪਰੀ। ਹਾਂ, ਮਹਾਰਾਜ ਕਲਗੀਧਰ ਜੀ ਕਹਿੰਦੇ ਦੋ ਧਾਰੀਆਂ ਵਾਲੀ ਬਰਸ਼ੀ ਦੀ ਉੱਥੇ ਭਾਰੀ ਮਾਰ ਪਈ ਬਿਰਜਨਾਥ ਦੇ ਉੱਪਰ। ਸਮਾਠ ਗੁਲੇਲਨ ਚੋਟ ਝਰੀ। ਸਮਾਠ ਸਾਨ ਤੇ ਲਾਏ ਹੋਏ ਸ਼ਾਇਤਰ ਤੇ ਗੁਲੇਲਿਆਂ ਦੀਆਂ ਚੋਟਾਂ ਬਿਰਜਨਾਥ ਦੇ ਉੱਪਰ ਝਰੀਆਂ ਨੇ, ਚੋਟਾਂ ਪਈਆਂ ਨੇ। ਚੰਦਰਹਾਸ ਕਿਰਪਾਨ ਚੱਲੀ ਹੈ। ਇਸ ਤਰੀਕੇ ਦੇ ਨਾਲ ਬਿਰਜਨਾਥ ਤੇ ਭਾਰੀ ਮਾਰ ਹੋਈ ਹੈ। ਹਵਦਾਰਨ ਬੀਰਨ ਜੋਧ ਮਰਤ, ਇਹ ਮੁੱਖ ਪਾਠ ਹੈ। ਬੀਰਨ ਜੋਰ ਮੰਡਤ, ਬੀਰਨ ਸੂਰਮੇ ਆਪਣੇ ਜ਼ੋਰ ਦੇ ਨਾਲ ਯੁੱਧ ਦੇ ਮੈਦਾਨ ਵਿੱਚ ਮੰਡਤ ਕੁੱਦਦੇ ਪਏ ਨੇ। ਆਪਣੇ ਜ਼ੋਰ ਨੂੰ ਬਿਰਜਨਾਥ ਤੇ ਸਰਬਲੋ ਜੀ ਮੰਡਤ ਦਿਖਾਉਂਦੇ ਪਏ ਨੇ। ਇਸ ਤਰੀਕੇ ਨਾਲ ਇਹ ਦੂਏ ਪਾਠ ਦਾ ਅਰਥ ਸਮਝਣਾ ਹੈ। ਪਰਸ ਮੂਸਲ ਸ਼ਾਹੀ ਸ਼ਿਪਰ ਗਦਾ। ਮਹਾਰਾਜ ਕਲਗੀਧਰ ਜੀ ਕਹਿੰਦੇ ਕੁਹਾੜਾ ਮੂਸਲ ਘੋਟਨੇ ਦਾ ਨਾਮ ਹੈ, ਤੇ ਸ਼ਿਪਰ ਮੈਨੇ ਤੇਜ, ਸ਼ੌਹੀ ਛਵੀ ਤੇ ਗਦਾ ਜੰਗ ਦੇ ਮੈਦਾਨ ਵਿੱਚ ਚੱਲਦੀ ਪਈ ਹੈ। ਕਰਦ ਸ਼ੂਲ ਕੁਠਾਰਨ ਸੇਲ ਮਦਾ। ਮਦਾ ਕਹੀਏ ਉਸਤਤ ਕਰਾਉਣ ਦੇ ਯੋਗ। ਐਸਾ ਸੇਲ ਵਰਸ਼ਾ ਚੱਲਦਾ ਪਿਆ ਯੁੱਧ ਦੇ ਮੈਦਾਨ ਵਿੱਚ, ਜਿਹੜਾ ਵੀ ਉਹਨੂੰ ਵੇਂਦਾ ਉਹਦੀ ਸ਼ੋਭਾ ਹੀ ਕਰਦਾ ਹੈ। ਉਸਤਤ ਕਰਵਾਵਣੇ ਦੇ ਲਾਇਕ ਯੋਗ ਵਰਸ਼ਾ ਚੱਲਦਾ ਪਿਆ ਹੈ। ਕੁਠਾਰਨ ਕੁਹਾੜਿਆਂ ਦੀ ਮਾਰ, ਸ਼ੂਲ ਛਵੀਆਂ ਤੇ ਕਰਦ ਕਿਰਪਾਨਾਂ ਚੱਲਦੀਆਂ ਪਈਆਂ ਨੇ। ਡੰਡ ਲਸ਼ਟਿਕ ਮੂਸਲ ਪਾਸ ਫਹਿਤ। ਮਹਾਰਾਜ ਕਲਗੀਧਰ ਜੀ ਕਹਿੰਦੇ ਡੰਡਾ ਲਸਟਕ ਸੋਟੀ ਦਾ ਨਾਮ ਹੈ, ਮੂਸਲ ਘੋਟਨੇ ਦਾ ਨਾਮ ਹੈ, ਤੇ ਪਾਸ ਫਾਹੀ ਵਿੱਚ ਫਹਤ ਫਾਹੇ ਦਿੰਦੇ ਪਏ ਨੇ ਸਰਬਲੋ ਭਗਵਾਨ ਜੀ। ਫਾਹੀ ਵਿੱਚ ੜਾ ਕੇ ਬਿਰਜਨਾਥ ਨੂੰ ਫਹਤ ਫਾਹਾ ਦਿੰਦੇ ਪਏ ਨੇ। ਕਿਧਰੇ ਕਿਰਪਾਨ ਫਰੀ ਆਸ ਧੂਪ ਵਹਿਤ। ਹਾਂ, ਕਿਧਰੇ ਕਿਰਪਾਨ ਫਰੀ ਗੁਰੂ ਖਾਲਸਾ ਜੀ ਢਾਲ ਦਾ ਨਾਮ ਵੀ ਹੈ, ਫਰੀ ਤੀਰ ਦਾ ਨਾਮ ਵੀ ਹੈ। ਫਰੀ ਗੁਰੂ ਖਾਲਸਾ ਜੀ ਭੌੜੇ ਦਾ ਨਾਮ ਵੀ ਹੈ। ਅਸ ਕਿਰਪਾਨ ਧੂਪ ਕਿਰਪਾਨ ਦੀ ਇੱਕ ਕਿਸਮ ਹੈ। ਜੰਗ ਦੇ ਮੈਦਾਨ ਵਿੱਚ ਬਹਿਤ ਬਹਿੰਦੀ ਪਈ ਚੱਲਦੀ ਪਈ ਹੈ। ਗੁਰਜ ਮੁਦਗਰ ਡੰਡ ਕਰਵਾਰ ਸ਼ਰੀ। ਕਿਧਰੇ ਗੁਰਜ, ਕਿਧਰੇ ਘੋਟਨਾ, ਡੰਡਾ, ਤਲਵਾਰ। ਸ਼ਰੀ ਨਾਮ ਛੜੀ ਦਾ ਹੈ। ਛੜੀਆਂ ਜੰਗ ਦੇ ਮੈਦਾਨ ਵਿੱਚ ਸਰਬਲੋ ਭਗਵਾਨ ਜੀ ਛਿਟੀਆਂ ਲੈ ਕੇ ਬਿਰਜਨਾਥ ਤੇ ਮਾਰ ਕਰਦੇ ਪਏ ਨੇ। ਪੰਛੀ ਸਰ ਸਾਇਕ ਸੂਲ ਸਰੀ। ਪੰਛੀ ਸਰ ਖੰਭਾਂ ਵਾਲੇ ਤੀਰ, ਸੂਲ ਸੂਏ, ਸਰੀ ਤੀਰ, ਸਾਇਕ ਤਿੱਖੇ ਤੀਰ ਚੱਲਦੇ ਪਏ ਨੇ। ਨਾਵਕ ਨਾਚਕ ਭਟ ਮਾਰ ਮਚੀ। ਨਾਵਕ ਵੀ ਤੀਰ ਦਾ ਨਾਮ ਹੈ, ਨਾਚਕ ਵੀ ਤਿੱਖੇ ਤੀਰ ਦਾ ਨਾਮ ਹੈ। ਇਸ ਤਰੀਕੇ ਨਾਲ ਇਹ ਤੀਰ ਚੱਲਦੇ ਪਏ ਨੇ ਤੇ ਬਹੁਤੀ ਸੂਰਮੇ ਦੇ ਉੱਪਰ ਮਾਰ ਮਚਦੀ ਪਈ ਹੈ। ਭਾਵ ਬਹੁਤੀ ਸ਼ਸਤਰਾਂ ਦੀ ਮਾਰ ਹੁੰਦੀ ਪਈ ਹੈ ਬਿਰਜਨਾਥ ਸੂਰਮੇ ਤੇ। ਮਿਲ ਸਾਹਿਬ ਸੇਵਕ ਜੁਧ ਰਚੀ। ਹਾਂ, ਸਾਹਿਬ ਸਰਬਲੋ ਭਗਵਾਨ ਤੇ ਸੇਵਕ ਬਿਰਜਨਾਥ ਨੇ ਮਿਲ ਕਰਕੇ ਯੁੱਧ ਨੂੰ ਰਚਨਾ ਕੀਤਾ ਏ। ਜੀ ਵੀਸਰ ਘੋਰ ਸੰਗਰਾਮ ਮੰਡਿਓ। ਮਹਾਰਾਜ ਕਲਗੀਧਰ ਜੀ ਕਹਿੰਦੇ ਜੀਵ ਤੇ ਈਸ਼ਰ, ਜੀਵ ਬਿਰਜਨਾਥ ਤੇ ਜੀਵਾਂ ਦਾ ਈਸ਼ਰ ਮਾਲਕ ਸਰਬਲੋ ਭਗਵਾਨ, ਦੋਨਾਂ ਨੇ ਮਿਲ ਕਰਕੇ ਭਿਆਨਕ ਜੰਗ ਮੰਡਿਓ ਆਰੰਭਣਾ ਕੀਤਾ ਏ, ਸ਼ਿੰਗਾਰਨਾ ਕੀਤਾ ਏ। ਭਗਵੰਤ ਭਗਤ ਸੰਗ ਖੇਡ ਖੇਡਿਓ। ਮਹਾਰਾਜ ਕਲਗੀਧਰ ਜੀ ਕਹਿੰਦੇ ਜਾਂ ਇਦਾਂ ਕਹਿ ਲੋ ਖੱਟ ਭਗਾਂ ਸੰਪੰਨ ਮਾਲਕ ਭਗਵਾਨ ਨੇ ਭਗਤ ਦੇ ਸੰਗ ਨਾਲ ਖੇਡ ਖੇਡਣੀ ਕੀਤੀ ਹੈ। ਭਗਤ ਤੱਤੇ ਨੂੰ ਸਿਹਾਰੀ ਹੈ, ਇਹ ਕਾਰਕੀ ਰੂਪ ਵਿੱਚ ਲੱਗੀ ਹੈ। ਜਿਵੇਂ ਗੁਰੂ ਖਾਲਸਾ ਜੀ ਇੱਕ ਮੂਲਕ ਮਾਤਰਾ ਹੁੰਦੀ ਹੈ, ਇੱਕ ਕਾਰਕੀ ਮਾਤਰਾ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ, ਇਤਿਹਾਸਕ ਭਾਸ਼ਾ ਦੇ ਗ੍ਰੰਥ
ਸਰਬਲੋ ਜੀ ਦੀ ਬਾਣੀ, ਦਸਮ ਜੀ ਦੀ ਬਾਣੀ ਨੂੰ ਸਮਝਣੇ ਲਈਏ ਇਹ ਗੁਰੂ ਖਾਲਸਾ ਜੀ ਮੂਲਕ ਮਾਤਰਾ ਤੇ ਕਾਰਕ ਮਾਤਰਾ ਦਾ ਗਿਆਨ ਹੋਣਾ ਜ਼ਰੂਰੀ ਹੈ। ਇੱਕ ਮੂਲਕ ਮਾਤਰਾ, ਇੱਕ ਕਾਰਕੀ ਮਾਤਰਾ। ਮੂਲਕ ਮਾਤਰਾ ਉਹਨਾਂ ਨੂੰ ਕਹਿੰਦੇ ਨੇ ਜੋ ਗੁਰੂ ਖਾਲਸਾ ਜੀ ਅਖਰਾਂਤ ਅੱਖਰ ਦੇ ਸ਼ਬਦ ਦੇ ਅੰਤ ਵਿੱਚ ਆ ਕਰਕੇ ਲੱਗਣ, ਜਿਨ੍ਹਾਂ ਤੋਂ ਬਗੈਰ ਸ਼ਬਦ ਦੀ ਪੂਰਤੀ ਨਾ ਹੋਵੇ। ਜਿਵੇਂ ਭਗਤੀ ਦੇ ਅਰਥ ਵਿੱਚ ਤੱਤੇ ਨੂੰ ਸਿਹਾਰੀ ਲੱਗੀ ਹੁੰਦੀ ਹੈ, ਉਹ ਗੁਰੂ ਖਾਲਸਾ ਜੀ ਭਗਤੀ ਦਾ ਅਰਥ ਕਰਦੀ ਹੈ। ਜੇ ਭੱਬਾ ਗੱਗਾ ਤੇ ਤੱਤਾ ਭਗਤ ਹੋਵੇ ਫਿਰ ਭਗਤ ਦਾ ਮਹਿਨਾ ਹੈ, ਜੇ ਤੱਤੇ ਨੂੰ ਸਿਹਾਰੀ ਹੋਵੇ ਫਿਰ ਭਗਤੀ ਦਾ ਮਹਿਨਾ ਹੈ। ਇਹ ਗੁਰੂ ਖਾਲਸਾ ਜੀ ਮੂਲਕ ਮਾਤਰਾ ਮੰਨੀ ਗਈ ਹੈ। ਹੁਣ ਇੱਥੇ ਭਗਤ ਤੱਤੇ ਨੂੰ ਸਿਹਾਰੀ ਲੱਗੀ ਹੈ, ਇਹ ਮੂਲਕ ਰੂਪ ਵਿੱਚ ਨਹੀਂ ਹੈ, ਇਹ ਕਾਰਕੀ ਰੂਪ ਵਿੱਚ ਹੈ। ਕਾਰਕ ਦਾ ਅਰਥ ਹੁੰਦਾ ਹੈ ਵਿਚੋਲਾ। ਭਗਤ ਤੇ ਸੰਗ ਦੋ ਸ਼ਬਦਾਂ ਦੀ ਵਿਚੋਲਗੀ ਇਹ ਜੋ ਤੱਤੇ ਨੂੰ ਸਿਹਾਰੀ ਲੱਗੀ ਹੈ ਇਹ ਕਰਦੀ ਪਈ ਹੈ। ਇਹਦਾ ਅਰਥ ਹੈ ਦੇ। ਜਿਵੇਂ ਦੋ ਅੱਖਰਾਂ ਨੂੰ, ਦੋ ਸ਼ਬਦਾਂ ਨੂੰ ਜੋੜਨ ਲਈ ਜਿਹੜੇ ਸ਼ਬਦ ਵਿਚੋਲਗੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਕਾਰਕ ਕਹਿੰਦੇ ਨੇ। ਜਿਵੇਂ ਦੇ, ਦਾ, ਨੂੰ, ਇਹ ਪੰਜਾਬੀ ਵਿਆਕਰਣ ਦੇ ਵਿੱਚ ਗੁਰੂ ਖਾਲਸਾ ਜੀ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਨੇ। ਇੱਦਾਂ ਹੀ ਬਾਣੀ ਵਿੱਚ, ਕਵਿਤਾ ਵਿੱਚ ਦੇ, ਦਾ, ਨੂੰ ਇਹ ਸ਼ਬਦ ਘੱਟ ਲਿਖੇ ਆਉਂਦੇ ਨੇ। ਇਹਨਾਂ ਦੀ ਜਗ੍ਹਾ ਤੇ ਅੱਖਰਾਂ ਦੇ ਅੰਤਲੇ ਸ਼ਬਦ ਨੂੰ ਮਾਤਰਾ ਹੁੰਦੀ ਹੈ। ਜਿਵੇਂ ਭਗਤ ਸੰਗ ਤੱਤੇ ਨੂੰ ਸਿਹਾਰੀ ਲੱਗ ਗਈ ਭਗਤ ਦੇ ਨਾਲ, ਇਹ ਦੇ ਅਰਥ ਵਿੱਚ ਲੱਗੀ ਹੈ। ਇਸੇ ਤਰ੍ਹਾਂ ਜੇ ਭਗਤ ਤੱਤੇ ਨੂੰ ਔਂਕੜ ਹੋਵੇ ਇੱਕ ਵਚਨ ਦੇ ਵਿੱਚ, ਇਸੇ ਤਰ੍ਹਾਂ ਤੱਤੇ ਨੂੰ ਲਾਂ ਹੋਵੇ ਬਹੁ ਵਚਨ ਦੇ ਵਿੱਚ, ਇਸੇ ਤਰ੍ਹਾਂ ਭੱਬਾ ਗੱਗਾ ਤੱਤਾ ਹਾਹੇ ਨੂੰ ਔਂਕੜ ਹੋਵੇ ਭਗਤਾਂ ਤੋਂ ਦੇ ਅਰਥ ਵਿੱਚ, ਇਸੇ ਤਰ੍ਹਾਂ ਤੱਤੇ ਨੂੰ ਦਲਾਵਾਂ ਹੋਣ ਇੱਕ ਵਚਨ ਦੇ ਅਰਥ ਵਿੱਚ। ਇੱਦਾਂ ਗੁਰੂ ਖਾਲਸਾ ਜੀ ਇਹ ਨਿਯਮਾਵਲੀ ਚੱਲਦੀ ਹੈ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ, ਦਸਵੇਂ ਪਾਤਸ਼ਾਹ ਦੀ ਬਾਣੀ ਵਿੱਚ ਵੀ ਹੈ। ਕਈ ਥਾਈਂ ਦਸਵੇਂ ਪਾਤਸ਼ਾਹ ਜੀ ਦੀ ਤੇ ਵੱਡੇ ਸਤਿਗੁਰਾਂ ਦੀ ਆਦਿ ਮਹਾਰਾਜ ਦੀ ਗੁਰਬਾਣੀ ਇਹਨਾਂ ਨਿਯਮਾਂ ਤੋਂ ਸੁਤੰਤਰ ਵੀ ਹੈ। ਗੁਰਬਾਣੀ ਕਿਸੇ ਨਿਯਮ ਦੇ ਮੁਤਾਜ ਨਹੀਂ ਹੈ, ਪਰ ਗੁਰਬਾਣੀ ਨਿਯਮਾਂ ਦਾ ਪ੍ਰਕਾਸ਼ ਵੀ ਕਰਦੀ ਹੈ। ਗੁਰੂ ਖਾਲਸਾ ਜੀ ਇਹ ਨਿਯਮ ਗੁਰਬਾਣੀ ਤੋਂ ਹੀ ਪ੍ਰਗਟ ਹੋਏ ਹਨ। ਗੁਰਬਾਣੀ ਨੇ ਹੀ ਇਹ ਨਿਯਮ ਪ੍ਰਗਟ ਕੀਤੇ ਨੇ। ਇਹ ਨਿਯਮ ਗੁਰਬਾਣੀ ਤੇ ਲਾਗੂ ਨਹੀਂ ਹੁੰਦੇ, ਐਸਾ ਸਮਝਣਾ ਹੈ। ਸੋ ਭਗਵੰਤ ਸਰਬਲੋ ਜੀ ਭਗਤ ਵੀਰ ਜੀ ਨਾਥ ਦੇ ਨਾਲ ਖੇਡਾਂ ਖੇਡਦੇ ਪਏ ਹਨ। ਬਹੁ ਘਾਇਲ ਘਾਇਲ ਘਾਵ ਦਈ। ਮਹਾਰਾਜ ਕਲਗੀਧਰ ਜੀ ਕਹਿੰਦੇ ਬਹੁਤੇ ਜ਼ਖਮੀ ਹੋ ਕਰਕੇ ਵੱਡੇ ਵੱਡੇ ਜ਼ਖਮ ਲੱਗ ਗਏ ਨੇ ਦੋਨਾਂ ਦੇ, ਇੱਕ ਦੂਜੇ ਨੂੰ ਘਾ ਦਿੱਤੇ ਹਨ। ਜਾਂ ਬਹੁਤਾ ਜ਼ਖਮੀ ਤੋਂ ਜ਼ਖਮੀ ਕਰਕੇ ਵੀਰ ਜੀ ਨਾਥ ਨੂੰ ਘਾਵ ਜ਼ਖਮ ਦਿੱਤੇ ਨੇ ਸਰਬਲੋ ਭਗਵਾਨ ਨੇ ਵੀਰ ਜੀ ਨਾਥ ਦੇ। ਵੀਰ ਜੀ ਨਾਥ ਪਰਾਕਰਮਸ਼ੀਨ ਭਾਈ। ਮਹਾਰਾਜ ਕਲਗੀਧਰ ਜੀ ਕਹਿੰਦੇ ਵੀਰ ਜੀ ਨਾਥ ਦਾ ਜੋ ਪਰਾਕਰਮ ਬਲ ਹੈ ਉਹ ਸ਼ੀਨ ਕਮਜ਼ੋਰ ਭਈ ਹੋ ਗਿਆ। ਇੱਥੇ ਗੁਰੂ ਖਾਲਸਾ ਜੀ ਭਈ ਇਸਤਰੀਵਾਚਕ ਨਾ ਸਮਝਿਓ, ਇਹ ਭਈ ਕਿਰਿਆਵਾਚੀ ਹੈ। ਕਿਰਿਆਵਾਚੀ ਸ਼ਬਦ ਦੇ ਪਿਛਲੇ ਅੱਖਰ ਨੂੰ ਈ ਆਉਂਦੀ ਹੀ ਆਉਂਦੀ ਹੈ। ਪੁਜ ਪਾਰਕ ਜੋਬਨ ਸ਼ੀਨ ਬਲੰ। ਮਹਾਰਾਜ ਕਲਗੀਧਰ ਜੀ ਕਹਿੰਦੇ ਬਾਹਾਂ ਦਾ ਬਲ, ਜਵਾਨੀ ਦਾ ਬਲ ਕਮਜ਼ੋਰ ਹੋ ਗਿਆ ਏ ਵੀਰ ਜੀ ਨਾਥ ਦਾ। ਤਨ ਝੰਜਰ ਜਾਜਰ ਖੀਨ ਦੁਰਬਲੰ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਵੇਂ ਬੁੱਢਿਆਂ ਦਾ ਝੰਜਰ ਜਰਜਰਾ ਜਿਹਾ ਸਰੀਰ ਹੋ ਜਾਂਦਾ ਹੈ, ਤਿਊੜੀਆਂ ਪੈ ਜਾਂਦੀਆਂ ਨੇ। ਜਾਜਰ ਦਾ ਅਰਥ ਵੀ ਜਰਜਰਾ ਹੀ ਹੈ। ਸਰੀਰ ਜਿਹੜਾ ਹੈ ਉਹ ਜਰਜਰੇ ਤੋਂ ਵੀ ਜਰਜਰ, ਅੱਤ ਦਾ ਜਰਜਰਾ ਹੋ ਗਿਆ, ਖੀਨ ਕਮਜ਼ੋਰ ਦੁਰਬਲੰਗ ਬਲ ਤੋਂ ਰਹਿਤ ਹੋ ਗਿਆ ਏ। ਚਰਨਾ ਬਹਿ ਸਰੌਨਤ ਧਾਰ ਚਲੀ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿੱਦਾਂ ਝਰਨਾ ਵਗਦਾ ਏ ਨਾ, ਇਦਾਂ ਖੂਨ ਦੀ ਧਾਰਾ ਚੱਲੀ ਆ ਵੀਰਨਾਥ ਦੇ ਸਰੀਰ ਵਿੱਚੋਂ। ਧਨ ਰਾਜ ਅਜੋਧਨ ਮਾਰ ਚੱਲੀ। ਧਨ ਰਾਜ ਦੰਤਾਂ ਦੇ ਰਾਜੇ ਵੀਰ ਜੀ ਨਾਥ ਨੇ ਅਜੋਧਨ ਸ਼ਸਤਰਾਂ ਦੀ ਮਾਰ ਝੱਲੀ ਆ ਸਰੀਰ ਤੇ।
ਮੂਰਛਾ ਬਿਸੁੱਧ ਭਇਓ ਸੋ ਤਬੈ। ਹਾਂ ਤਬੈ ਤਦੋਂ ਸੋ ਭਲੀ ਪ੍ਰਕਾਰ ਬੇਸੁੱਧ ਹੋ ਗਿਆ ਹੈ, ਮੂਰਛਿਤ ਹੋ ਗਿਆ ਹੈ। ਸੁੱਧ ਸੱਸੇ ਦੇ ਅਧਿਕ ਨਹੀਂ ਹੈ। ਪਾਠ ਬੋਧ ਵਿੱਚ ਗਿਆਨੀ ਸਿੰਘਾਂ ਕੱਟੀ ਸੀ। ਬਰਖਾ ਆਜਦ ਭਈ ਘੋਰ ਜਬੈ। ਮਹਾਰਾਜ ਕਲਗੀਧਰ ਜੀ ਕਹਿੰਦੇ ਸ਼ਸਤਰਾਂ ਦੀ ਜਦੋਂ ਮਾਰ ਬਹੁਤੀ ਹੋਈ ਹੈ, ਸ਼ਸਤਰਾਂ ਦੀ ਬਰਖਾ ਹੋਈ ਭਿਆਨਕ, ਉਸ ਵਕਤ ਬੀਰਜਨਾਥ ਮੂਰਛਿਤ ਤੇ ਬੇਸੁੱਧ ਹੋ ਗਿਆ ਏ। ਕਰ ਕੰਪ ਸਰਾਸਨ ਬਾਣ ਗਿਰਿਓ। ਕਰ ਹੱਥ ਕੰਬ ਗਏ ਨੇ, ਹੱਥਾਂ ਵਿੱਚੋਂ ਧਨਕ ਤੇ ਤੀਰ ਡਿੱਗ ਪਏ ਨੇ। ਬਹੁ ਸਰਨਤ ਅੰਗਨ ਅੰਗ ਝਰਿਓ। ਅੰਗਾਂ ਤੇ ਪ੍ਰਤੰਗਾਂ ਵਿੱਚੋਂ ਖੂਨ ਬਹੁਤਾ ਝਰਿਓ ਚੱਲਿਆ ਹੈ। ਦੁੱਤਹੀਨ ਭਈ ਪੁਜ ਕੰਪ ਵਪੰ। ਜਿਹੜੀਆਂ ਬਾਹਾਂ ਨੇ ਉਹ ਵੀ ਸ਼ੋਭਾ ਤੋਂ ਬਲ ਤੋਂ ਹੀਨੀਆਂ ਹੋ ਗਈਆਂ ਨੇ। ਨਭ ਸਰੀਰ ਜਿਹੜਾ ਹੈ ਉਹ ਵੀ ਕੰਬਦਾ ਪਿਆ ਏ। ਨਭ ਸਾਤ ਕਛੂ ਹਾਰ ਸੋ ਜਦਪੰ। ਹਰੀ ਦੇ ਨਾਲ ਭਾਵੇਂ ਕੁਝ ਵੀ ਵਸ ਨਹੀਂ ਚੱਲਦਾ ਪਿਆ। ਜਦਪੰਗ ਮੈਨੇ ਭਾਵੇਂ ਹਰੀ ਦੇ ਨਾਲ ਕੋਈ ਉਹਦਾ ਵਸ ਨਹੀਂ ਚੱਲਦਾ ਪਿਆ। ਉਹਦੇ ਸਰੀਰ ਦੀ ਵੀ ਸ਼ੋਭਾ ਘਟ ਗਈ ਹੈ, ਬਾਹਾਂ ਵੀ ਸ਼ੋਭਾ ਤੋਂ ਹੀਨੀਆਂ ਹੋ ਗਈਆਂ ਨੇ, ਸਰੀਰ ਵੀ ਉਹਦਾ ਕੰਬਦਾ ਪਿਆ ਹੈ। ਸਭ ਤੇਜ ਪਰਾਕਰਮ ਖਿੰਚ ਲਿਓ। ਸਾਰਾ ਤੇਜ ਪ੍ਰਤਾਪ ਭਗਵਾਨ ਨੇ ਉਹਦਾ ਖਿੱਚ ਲੈਣਾ ਕੀਤਾ ਏ। ਨਿਰਬੀਜ ਨਿਸਾਚਰ ਦੇਹ ਭਇਓ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਤਾਕਤ ਦੇ ਬੀਜ ਤੋਂ ਬਿਨਾ ਨਿਸਾਚਰ ਦੰਤ ਦੀ ਦੇਹ ਹੋ ਗਈ ਹੈ। ਪ੍ਰਤਾਪ ਪ੍ਰਭਾ ਦੁੱਤ ਕ੍ਰਾਂਤ ਹਰੀ। ਹਾਂ ਪ੍ਰਤਾਪ ਪ੍ਰਭਾ ਸ਼ੋਭਾ, ਦੁੱਤ ਨਾਮ ਸ਼ੋਭਾ ਦਾ ਹੀ ਹੈ, ਕ੍ਰਾਂਤੀ ਨਾਮ ਵੀ ਸ਼ੋਭਾ ਦਾ ਹੀ ਹੈ। ਇਹ ਹਰੀ ਖਤਮ ਕਰ ਦਿੱਤੀ ਹੈ, ਭਗਵਾਨ ਨੇ ਹਰ ਦਿੱਤੀ ਹੈ। ਹਾਹਾ ਰਾਰੇ ਨੂੰ ਬਿਹਾਰੀ ਲਗਾ ਲਓ ਜੀ। ਸਭ ਤੇਜ ਪਰਾਕਰਮ ਸੋਭ ਟਰੀ। ਹਾਂ ਸਾਰਾ ਤੇਜ ਪਰਾਕਰਮ ਬਲ, ਤੇਜ ਪ੍ਰਤਾਪ ਸੋਭ ਸੋਭਾ ਟਲ ਗਈ ਹੈ। ਮੁਖੜੇ ਤੇ ਕੋਈ ਰੂਹਾਨੀ ਨਹੀਂ ਰਹਿ ਗਈ ਹੁਣ। ਅੰਗ ਅੰਗ ਸਿਥਲ ਬਲਹੀਨ ਭਇਓ। ਮਹਾਰਾਜ ਕਲਗੀਧਰ ਜੀ ਕਹਿੰਦੇ ਅੰਗ ਪ੍ਰਤੰਗ ਕਮਜ਼ੋਰ ਹੋ ਗਿਆ ਹੈ, ਬਲ ਤੋਂ ਹੀ ਨਹੀਂ ਦੇਹ ਹੋ ਗਈ ਹੈ ਬੀਰਜਨਾਥ ਦੀ। ਬਿਖ ਸੇਲਨ ਸੰਗਨ ਝੀਨ ਭਇਓ। ਹਾਂ ਬਰਛੀਆਂ ਨੂੰ ਵੇਖ ਕੇ ਤੇ ਝੀਨ ਕਮਜ਼ੋਰ ਜਿਹਾ ਹੋ ਗਿਆ ਹੈ, ਨਿੰਮੋ ਝੂਣਾ ਜਿਹਾ ਹੋ ਗਿਆ ਹੈ ਵੇਖ ਕਰਕੇ ਬੀਰਜਨਾਥ। ਤਨ ਦਾਰਨ ਦੀਹ ਵਿਸਾਲ ਵੱਡੋ। ਮਹਾਰਾਜ ਕਲਗੀਧਰ ਜੀ ਕਹਿੰਦੇ ਤਾਂ ਵੀ ਭਾਵੇਂ ਉਹਦਾ ਕੋਈ ਵਸ ਨਹੀਂ ਚੱਲਦਾ ਪਿਆ। ਨਾ ਬਸਾਤ ਕਛੂ ਹਰ ਸੋ ਜਦਪੰਗ ਜਦੀ ਭਾਵੇਂ ਉਹਦਾ ਕੋਈ ਵਸ ਨਹੀਂ ਚੱਲਦਾ ਪਿਆ, ਫਿਰ ਵੀ ਉਹ ਭਿਆਨਕ ਵੱਡਾ ਸਰੀਰ ਲੈ ਕੇ ਜੰਗ ਦੇ ਮੈਦਾਨ ਵਿੱਚ ਖਲੋਤਾ ਏ। ਇਹਦਾ ਅਰਥ ਦੀ ਲਵੰਤਾ ਜੋੜਨੀ ਹੈ। ਭਾਵੇਂ ਬਲ ਪ੍ਰਤਾਪ ਉਹਦਾ ਘਟ ਗਿਆ ਹੈ, ਅੰਗ ਅੰਗ ਕਮਜ਼ੋਰ ਹੋ ਗਏ ਨੇ, ਪਰ ਫੇਰ ਵੀ ਉਹ ਵੱਡਾ ਸਰੀਰ ਭਿਆਨਕ ਲੈ ਕੇ ਜੰਗ ਦੇ ਮੈਦਾਨ ਵਿੱਚ ਖਲੋਤਾ ਏ। ਕਨਕਾਚਲ ਪਰਾਏ ਉਤੰਗ ਅਡੋ। ਕਨਕਾਚਲ ਸਮੇਰ ਪਰਬਤ ਦੇ ਪਰਾਏ ਵਾਂਗ ਉਤੰਗ ਉੱਚਾ ਸਰੀਰ ਲੈ ਕੇ ਅੱਡੋ ਅੜਿਆ ਏ ਜੰਗ ਦੇ ਮੈਦਾਨ ਵਿੱਚ। ਗੁਰੂ ਖਾਲਸਾ ਜੀ ਢਿੜਾੜੇ ਦੀ ਥਾਂ ਤੇ ਮਹਾਰਾਜ ਨੇ ਡੱਡਾ ਲਿਖ ਦਿੱਤਾ ਉਹਨੂੰ ਪ੍ਰਾਸ ਪੂਰਾ ਕਰਨ ਲਈ। ਅਰਥ ਹੈ ਅੜਿਆ ਹੈ। ਜਿਵੇਂ ਗੁਰੂ ਖਾਲਸਾ ਜੀ ਬਾੜ ਤੇ ਬਾੜ ਰਾੜੇ ਨਾਲ ਵੀ ਆ ਜਾਂਦਾ ਹੈ ਤੇ ਡੱਡੇ ਨਾਲ ਵੀ ਆ ਜਾਂਦਾ ਹੈ। ਇਹ ਸਵਰਨ ਸੰਗਿਆ ਕਰਕੇ ਲਿਖਦੇ ਨੇ ਭਾਸ਼ਾ ਦੇ ਗ੍ਰੰਥਾਂ ਵਿੱਚ। ਅੜਾੜੇ ਦੀ ਥਾਂ ਤੇ ਡੱਡਾ, ਡੱਡੇ ਦੀ ਥਾਂ ਤੇ ਢਾੜਾ, ਇਦਾਂ ਹੀ ਅੜੋ ਦੀ ਜਗ੍ਹਾ ਤੇ ਅੱਡੋ, ਇਸ ਤਰ੍ਹਾਂ ਲਿਖਿਆ ਹੈ। ਜੰਗ ਦੇ ਮੈਦਾਨ ਵਿੱਚ ਫਿਰ ਵੀ ਉਹ ਅੜਿਆ ਹੈ, ਉੱਚੇ ਸਰੀਰ ਵਾਲਾ। ਜਲਾਸਰਿਤ ਜੁਧ ਜਨਿੰਦਰ ਠਠਿਓ। ਜਲਾਸਰਿਤ ਜਲ ਦੇ ਆਸਰੇ ਹੋ ਕਰਕੇ ਜਨਿੰਦਰ ਸਰਬਲੋ ਭਗਵਾਨ ਦੇ ਨਾਲ ਉਹਨੇ ਯੁੱਧ ਆਰੰਭਿਆ ਹੋਇਆ ਹੈ। ਹਵਦਾਰਨ ਤੁਮਲ ਜੁਧ ਮਚਿਓ। ਮਹਾਰਾਜ ਕਲਗੀਧਰ ਜੀ ਕਹਿੰਦੇ ਭਿਆਨਕ ਯੁੱਧ, ਤੁਮਲ ਯੁੱਧ ਮੁੱਠ ਭੇੜ ਵਾਲਾ ਜੰਗ ਦੇ ਮੈਦਾਨ ਵਿੱਚ ਆਰੰਭਿਆ ਹੈ। ਦੁਐ ਮੇਰ ਸੋ ਮੇਰ ਭਿਰੇ ਜੁਰਗੰ। ਇਸ ਤਰੀਕੇ ਨਾਲ ਯੁੱਧ ਦੇ ਮੈਦਾਨ ਵਿੱਚ ਤੁਮਲ ਯੁੱਧ ਮਚਿਆ ਹੈ, ਮਾਨੋ ਦੋ ਪਹਾੜ ਆਪਸ ਵਿੱਚ ਭਿੜਦੇ ਪਏ ਹੋਣ। ਪਹਾੜ ਨਾਲ ਪਹਾੜ ਜੁਰਗੰ ਕਹੀਏ ਜੁੜ ਕਰਕੇ ਭਿੜਦੇ ਪਏ ਹੋਣ, ਮਾਨੋ ਦੋ ਪਹਾੜ ਲੜਦੇ ਪਏ ਹੋਣ ਹਿੰਮਤ ਵਾਲੇ। ਦੁਐ ਸ਼ੇਰ ਮਤੰਗ ਮਦੀ ਗੁਰਗੰ। ਮਹਾਰਾਜ ਕਲਗੀਧਰ ਜੀ ਕਹਿੰਦੇ ਮਾਨੋ ਦੋ ਸ਼ੇਰ ਮਸਤ, ਸ਼ੇਰ ਮਤੰਗ
ਮਤੰਗ ਮੈਨੇ ਮਸਤ ਸ਼ੇਰ, ਤੇ ਮਦੀ ਗੁਰਗੰਗ, ਮਦੀ ਮੈਨੇ ਮਸਤ, ਗੁਰਗੰਗ ਮੈਨੇ ਸ਼ੇਰ। ਮਾਨੋ ਦੋ ਮਸਤ ਸ਼ੇਰ ਆਪਸ ਵਿੱਚ ਘੁਲਦੇ ਪਏ ਹੋਣ, ਮਸਤ ਸ਼ੇਰ ਨਾਲ ਮਸਤ ਸ਼ੇਰ ਲੜ ਪਿਆ ਹੋਵੇ। ਇਸ ਤਰੀਕੇ ਨਾਲ ਸਮਝਣਾ ਹੈ। ਤੇ ਦਵੈ ਸ਼ੇਰ ਗੁਰਗੰਗ, ਗੁਰਗੰਗ ਮੈਨੇ ਸ਼ੇਰ ਤੇ ਸ਼ੇਰ ਮੈਨੇ ਸ਼ੇਰ। ਮਾਨੋ ਸ਼ੇਰ ਨਾਲ ਸ਼ੇਰ ਇੰਜ ਦੋ ਸ਼ੇਰ ਭਿੜਦੇ ਪਏ ਹੋਣ। ਤੇ ਮਤੰਗ ਮੈਨੇ ਵੀ ਹਾਥੀ, ਤੇ ਮਦੀ ਮੈਨੇ ਮਸਤ ਹਾਥੀ। ਮਾਨੋ ਹਾਥੀ ਨਾਲ ਮਸਤ ਹਾਥੀ ਭਿੜਦਾ ਪਿਆ ਹੋਵੇ। ਐਵੇਂ ਅਰਥ ਸਮਝ ਲੈਣਾ। ਦੋਇ ਨਾਗ ਕਰੀ ਪੰਨੰ ਬਬਰੰ। ਹਾਂ, ਨਾਗ ਮੈਨੇ ਵੀ ਹਾਥੀ ਤੇ ਕਰੀ ਮੈਨੇ ਵੀ ਹਾਥੀ। ਹਾਥੀ ਨਾਲ ਹਾਥੀ ਲੜਦਾ ਪਿਆ ਹੋਵੇ। ਪੰਨੰਗ ਸੱਪ ਨਾਲ ਸੱਪ, ਬਬਰੰਗ ਬਬਰ ਸ਼ੇਰ ਨਾਲ ਬਬਰ ਸ਼ੇਰ। ਇਸ ਤਰੀਕੇ ਨਾਲ ਸਮਝ ਲੈਣਾ ਦੋ ਦੋ ਜੋੜੇ ਲੜਦੇ ਪਏ ਨੇ। ਨਾਗ ਹਾਥੀ ਤੇ ਕਰੀ ਨਾਮ ਹਥਨੀ ਦਾ ਏ। ਮਾਨੋ ਹਾਥੀ ਦੇ ਹਥਨੀ ਲੜਦੇ ਪਏ ਨੇ। ਸਰਬਲੋ ਭਗਵਾਨ ਜੀ ਹਾਥੀ ਨਿਆਈ ਹੈ, ਵੀਰਜਨਾਦ ਹਥਨੀ ਦੀ ਨਿਆਈ ਹੈ। ਇਦਾਂ ਆਪਸ ਵਿੱਚ ਲੜਦੇ ਪਏ ਨੇ ਦੋਨੋਂ ਹੀ। ਦਵੈ ਦੇਵ ਅਦੇਵ ਕਰੇ ਰਗਰੰ। ਇਸ ਤਰੀਕੇ ਨਾਲ ਮਹਾਰਾਜ ਜੀ ਕਹਿੰਦੇ ਜਿੱਦਾਂ ਸ਼ੇਰ ਨਾਲ ਸ਼ੇਰ, ਹਾਥੀ ਨਾਲ ਹਾਥੀ, ਸੱਪ ਨਾਲ ਸੱਪ ਲੜਦਾ ਏ, ਇਦਾਂ ਦੋਨੋਂ ਹੀ ਦੇਵਤੇ ਤੇ ਦੈਂਤ ਰਗਰੰਗ ਮੈਨੇ ਝਗੜਾ ਕਰਦੇ ਪਏ ਨੇ। ਜਿਮ ਦੀਰਘ ਕਾਏ ਸਰਬ ਲੋਹ ਹਟੀ। ਹਾਂ, ਵੱਡੀ ਕਾਇਆ ਵਾਲੇ ਸਰਬਲੋ ਭਗਵਾਨ ਜੀ ਹਠੀਲੇ ਜਿਵੇਂ ਜੰਗ ਕਰਦੇ ਪਏ ਹਨ। ਤਿਮ ਦੇਹ ਵਿਸਾਲ ਧਨਰਾਜ ਠਠੀ। ਹਾਂ, ਜਿਵੇਂ ਸਰਬਲੋ ਭਗਵਾਨ ਜੀ ਦੀ ਵੱਡੀ ਕਾਇਆ ਏ, ਵੱਡਾ ਸਰੀਰ ਹੈ ਸਰਬਲੋ ਭਗਵਾਨ ਜੀ ਦਾ, ਹਠੀਲੇ ਨੇ ਯੁੱਧ ਦੇ ਮੈਦਾਨ 'ਚ। ਇਦਾਂ ਹੀ ਧਨਰਾਜ ਬੀਰਜਨਾਦ ਨੇ ਵੀ ਵੱਡੀ ਦੇਹ ਯੁੱਧ ਦੇ ਮੈਦਾਨ ਵਿੱਚ ਠੱਠੀ ਬਣਾ ਲੈਣਾ ਕੀਤੀ ਹੈ। ਦੋ ਸੁਆਮੀ ਸੇਵਕ ਏਕ ਲਖੇ। ਮਹਾਰਾਜ ਕਲਗੀਧਰ ਜੀ ਕਹਿੰਦੇ ਦੋਨੋਂ ਹੀ ਸੁਆਮੀ ਤੇ ਸੇਵਕ ਇੱਕੋ ਜਿਹੇ ਜਾਣੀਦੇ ਨੇ, ਇੱਕੋ ਜਿਹੇ ਲੱਗਦੇ ਨੇ ਸਰਬਲੋ ਭਗਵਾਨ ਤੇ ਬੀਰਜਨਾਦ। ਕਹੋ ਅਬ ਗਤ ਕੀ ਗਤ ਕੌਣ ਅਖੇ। ਕਹੋ ਆਖੋ ਗੁਰੂ ਖਾਲਸਾ ਜੀ ਦੱਸੋ, ਅਬਗਤ ਜੋ ਮਰਿਆਦਾ ਤੋਂ, ਆਪਣੀ ਅਵਸਥਾ ਤੋਂ, ਆਪਣੀ ਹਾਲਤ ਤੋਂ ਅਬ ਰਹਿਤ ਹੈ, ਉਹਦੀ ਅਵਸਥਾ ਹਾਲਤ ਮਰਿਆਦਾ ਨੂੰ ਕੌਣ ਆਖ ਸਕਦਾ ਹੈ? ਕੋਈ ਨਹੀਂ ਅਖੇ ਆਖ ਸਕਦਾ। ਹਰ ਕ੍ਰੀੜਤ ਖੇਡਤ ਚੋਜ ਕਰੇ। ਮਹਾਰਾਜ ਕਲਗੀਧਰ ਜੀ ਕਹਿੰਦੇ ਹਰੀ ਜੀ ਇਦਾਂ ਖੇਡਾਂ ਖੇਡਦੇ ਨੇ ਜਿਵੇਂ ਕੋਈ ਕ੍ਰੀੜਤ ਕਾਮ ਲੀਲਾ ਦੀ ਖੇਡ ਖੇਡਦਾ ਹੈ। ਇਸ ਤਰ੍ਹਾਂ ਬੀਰਜਨਾਦ ਦੇ ਨਾਲ ਚੋਜ ਕਰਦੇ ਪਏ ਨੇ। ਜਿਨ ਰਾਜ ਹੈ ਸੇ ਸਭ ਖੇਡ ਸਰੇ। ਜਿਨ ਰਾਜ ਹੈ, ਜਿੱਤਣ ਵਾਲੇ ਰਾਜੇ ਜਿਨ੍ਹਾਂ ਨੇ ਸਾਰਿਆਂ ਨੂੰ ਜਿਨ ਜਿੱਤਿਆ ਏ, ਐਸੇ ਰਾਜੇ ਰਾਜੇ ਸਰਬਲੋ ਭਗਵਾਨ ਜੀ, ਉਹਨਾਂ ਤੋਂ ਹੀ ਇਹ ਖੇਡ ਸਰਦੀ ਹੈ, ਉਹਨਾਂ ਤੋਂ ਹੀ ਇਹ ਲੀਲਾ ਬਣ ਆਉਂਦੀ ਹੈ। ਹੋਰ ਇਹੋ ਜਿਹੀਆਂ ਲੀਲਾ ਕੌਣ ਖੇਡ ਸਕਦਾ? ਲੋਕ ਤੇ ਵੈਰ ਵਿਰੋਧ ਨਾਲ ਹੀ ਭਰੇ ਪਏ ਨੇ। ਇਹਦੇ ਲੀਲਾ ਕਰਦੇ ਪਏ ਨੇ। ਇੱਕ ਵਾਰੀ ਡਿੱਗ ਪਿਆ ਸੀ ਬੀਰਜਨਾਦ, ਫਿਰ ਤਗੜਿਆਂ ਕਰਕੇ ਉਹਨੂੰ ਯੁੱਧ ਦੇ ਮੈਦਾਨ ਵਿੱਚ ਖੜਾ ਕਰ ਲਿਆ ਹੈ। ਜਿਵੇਂ ਛੇਵੇਂ ਪਾਤਸ਼ਾਹ ਜੀ ਪੈਂਦੇ ਖਾਂ ਨੂੰ ਸੁੱਟ ਕੇ ਯੁੱਧ ਮੈਦਾਨ ਵਿੱਚ ਫਿਰ ਉਕਸਾ ਕੇ ਖੜਿਆ ਕਰ ਲੈਂਦੇ ਸੀ, ਜਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਗੁਲ ਖਾਂ ਤੇ ਉਹਦਾ ਭਰਾ ਜਿਹਨੇ ਮਹਾਰਾਜ ਦੇ ਕਟਾਰ ਮਾਰੀ ਸੀ, ਉਹਨਾਂ ਨੂੰ ਉਕਸਾਇਆ ਸੀ ਵੀ ਛੇਵੇਂ ਪਾਤਸ਼ਾਹ ਨੇ, ਅਸਾਂ ਨੇ ਤੁਹਾਡੇ ਵਡੇਰਿਆਂ ਨੂੰ ਮਾਰਿਆ, ਤੁਹਾਨੂੰ ਬਦਲਾ ਲੈਣਾ ਚਾਹੀਦਾ ਹੈ। ਗੱਲਾਂ ਦੇ ਨਾਲ ਇਦਾਂ ਇਸ਼ਾਰੇ ਕੀਤੇ ਸੀ। ਉਹਨਾਂ ਨੇ ਰੋਹ ਵਿੱਚ ਆ ਕੇ ਮਹਾਰਾਜ ਦੇ ਕਟਾਰ ਮਾਰੀ ਸੀ। ਇਦਾਂ ਮਹਾਰਾਜ ਨੇ ਇਹ ਚੋਜ ਜਿਵੇਂ ਛੇਵੇਂ ਪਾਤਸ਼ਾਹ ਕਲਗੀਧਰ ਨੇ ਕੀਤੇ ਨੇ, ਇਦਾਂ ਹੀ ਸਰਬਲੋ ਭਗਵਾਨ ਜੀ ਚੋਜ ਕਰਦੇ ਪਏ ਨੇ। ਸਮਰ ਲੀਲਾ ਸ਼੍ਰੀ ਭਗਵਾਨ ਪਿਖੇ। ਹਾਂ, ਜਿਹੜਾ ਭਗਵਾਨ ਦੀ ਸ਼੍ਰੀ ਸ਼੍ਰੋਮਣੀ ਭਗਵਾਨ ਹੈ ਜੋ, ਜਾਂ ਸ਼੍ਰੀ ਮਾਇਆ ਦੇ ਭਗਵਾਨ ਮਾਲਕ ਜੋ ਸਰਬਲੋ ਜੀ ਨੇ, ਉਹਨਾਂ ਦੀ ਲੀਲਾ ਨੂੰ, ਉਹਨਾਂ ਦੇ ਕੌਤਕਾਂ ਨੂੰ ਜਿਹੜਾ ਕੋਈ ਵੇਖ ਲਵੇ, ਕਰ ਕੌਤਕ ਕੇਲ ਸੰਗਰਾਮ ਵਿਖੇ। ਹਾਂ, ਵੇਖ ਲਵੇ ਕੌਤਕ ਕਰਦਿਆਂ ਨੂੰ, ਕੇਲ ਖੇਡਾਂ ਖੇਡਦਿਆਂ ਨੂੰ, ਸੰਗਰਾਮ ਯੁੱਧ ਦੇ ਮੈਦਾਨ ਵਿੱਚ ਉਹ ਨਿਹਾਲੋ ਨਿਹਾਲ ਹੋ ਜਾਂਦਾ ਹੈ। ਜਾਂ ਸਮਰ ਲੀਲਾ ਸ੍ਰੀ ਭਗਵਾਨ ਵਿਖੇ, ਸ਼੍ਰੋਮਣੀ ਭਗਵਾਨ ਆਪ ਹੀ ਜੰਗ ਦੀ ਲੀਲਾ ਕਰਕੇ ਆਪ ਹੀ ਵੇਖਦੇ ਪਏ ਨੇ।
ਕਰ ਕੌਤਕ ਕਰਕੇ ਯੁੱਧ ਦਾ ਕੇਲ ਸੰਗਰਾਮ ਵਿਖੇ ਯੁੱਧ ਦੇ ਮੈਦਾਨ ਵਿੱਚ ਕੇਲ ਖੇਡਾਂ ਕਰਕੇ ਆਪ ਹੀ ਉਹ ਖੇਡਾਂ ਨੂੰ ਤੱਕਦੇ ਪਏ ਨੇ। ਬਿਸਨ ਪਾਦ ਸਿੰਧਵੀ ਬਹੁ ਮਾਰ ਮਚੀ ਬੱਜਰ ਓਰਨ ਕੀ। ਮਹਾਰਾਜ ਕਲਗੀਧਰ ਜੀ ਕਹਿੰਦੇ ਬੱਜਰ ਪੱਥਰ ਜਿਹੜੇ ਓਰਨ ਗੜਿਆਂ ਵਰਗੇ ਨੇ, ਜਿਵੇਂ ਗੜਿਆਂ ਦੀ ਮਾਰ ਪੈਂਦੀ ਹੈ ਇਦਾਂ ਹੀ ਪੱਥਰਾਂ ਦੀ ਮਾਰ ਬਹੁਤੀ ਮਚੀ ਹੈ ਪਈ ਹੈ ਯੁੱਧ ਦੇ ਮੈਦਾਨ ਵਿੱਚ। ਕਰ ਵਿਆਕਲ ਸਮਰ ਸ਼ਿਰੋਮਨ ਕੀ। ਮਹਾਰਾਜ ਕਲਗੀਧਰ ਜੀ ਕਹਿੰਦੇ ਜੰਗ ਦੇ ਸ਼੍ਰੋਮਣੀਆਂ ਨੂੰ ਵੀ ਵਿਆਕਲ ਕਰਨ ਦੇਣ ਵਾਲੀ ਜੰਗ ਹੈ। ਜਿਵੇਂ ਗੁਰੂ ਖਾਲਸਾ ਜੀ ਜੰਗ ਹੋਵੇ, ਸਿਪਾਹੀ ਮਰਦੇ ਤੇ ਵੇਖੇ ਨੇ, ਵੱਡੇ ਵੱਡੇ ਅਫਸਰ ਨਹੀਂ ਮਰਦੇ, ਉਹ ਨਹੀਂ ਵਿਆਕਲ ਹੁੰਦੇ। ਪਰ ਇਹੋ ਜਿਹਾ ਯੁੱਧ ਸੀ ਜਿਹਦੇ ਵਿੱਚ ਵੱਡੇ ਵੱਡੇ ਅਫਸਰ ਸੂਰਮੇ ਵੀ ਵਿਆਕਲ ਹੋ ਜਾਣ, ਯੁੱਧ ਦੇ ਸ਼੍ਰੋਮਣੀ ਵੀ। ਤਨ ਦੈਤ ਸੰਭਾਰ ਭਇਓ ਜਬ ਹੀ। ਜਦੋਂ ਮਹਾਰਾਜ ਕਲਗੀਧਰ ਜੀ ਕਹਿੰਦੇ ਦੈਤ ਨੂੰ ਚੇਤਨਾ ਹੋਈ, ਉਹਨੇ ਆਪਣੇ ਸਰੀਰ ਨੂੰ ਸੰਭਾਲਣਾ ਕੀਤਾ। ਸੰਭਾਰ ਮੈਨੇ ਚੇਤਨਾ ਭਇਓ ਮੈਨੇ ਹੋਈ, ਕਿਉਂਕਿ ਮੂਰਛਿਤ ਚ ਹੋਇਆ ਸੀ, ਉਹਨੂੰ ਚੇਤਨਾ ਹੋਈ। ਜਦੋਂ ਦੈਤ ਦੇ ਸਰੀਰ ਨੂੰ ਸੰਭਾਰ ਹੀ ਪਾਠ ਹੈ, ਇਹ ਪ੍ਰਾਤਨ ਬੀੜਾਂ ਤੋਂ ਲਿਖਤੀ ਤੋਂ ਵੇਖ ਕੇ ਤੇ ਗੁਰੂ ਖਾਲਸਾ ਜੀ ਛੰਦ ਦਾ ਤੋਲ ਰੱਖਣ ਲਈ ਪੂਰਾ ਪਾਠ ਬੋਧ ਵਿੱਚ ਗਿਆਨੀ ਸਿੰਘਾਂ ਸੰਭਾਰ ਪਾਠ ਕੀਤਾ ਸੀ। ਕਰ ਕੋਪ ਕੁਠਾਰ ਹਨਿਓ ਤਬ ਹੀ। ਹਾਂ, ਗੁੱਸੇ ਵਿੱਚ ਆ ਕਰਕੇ ਕੁਹਾੜਾ ਮਾਰਨਾ ਕੀਤਾ ਏ ਤਦੋਂ ਬੀਰਜਨਾਦ ਨੇ ਸਰਬਲੋ ਭਗਵਾਨ ਦੀ ਤਰਫ ਨੂੰ। ਬ੍ਰਿਨ ਖਾਏ ਬਹੁਰ ਰਿਪ ਵਾਰ ਕਰਿਓ। ਜ਼ਖਮ ਖਾ ਕਰਕੇ ਸਰਬਲੋ ਭਗਵਾਨ ਤੋਂ ਬੀਰਜਨਾਦ ਨੇ ਬਹੁਤੇ ਵਾਰ ਕੀਤੇ ਸਰਬਲੋ ਭਗਵਾਨ ਦੇ ਉੱਪਰ। ਫਟ ਦਾਰਨ ਘਾਇਨ ਘਾਏ ਕਰਿਓ। ਮਹਾਰਾਜ ਕਲਗੀਧਰ ਜੀ ਕਹਿੰਦੇ ਫਟ ਘਾਇਨ ਦਾਰੁਨ ਘਾਏ ਕਰਿਓ। ਏਦਾਂ ਅਨਵੇਂ ਕਰਕੇ ਸਮਝਣਾ ਹੈ। ਬਹੁਤੇ ਫਟ ਬਹੁਤੇ ਘਾਇਨ ਵਾਰ ਡਰਾਉਣੇ ਕੀਤੇ ਹਨ। ਇਸ ਤਰ੍ਹਾਂ ਘਾਏ ਮੈਨੇ ਵਾਰ ਕਰਿਓ ਮੈਨੇ ਕੀਤੇ ਨੇ, ਫੱਟ ਮਾਰੇ ਨੇ, ਘਾਇਨ ਜ਼ਖਮ ਕੀਤੇ ਨੇ, ਦਾਰਨ ਡਰਾਉਣੇ ਘਾਏ ਵਾਰ ਕਰ ਕਰਕੇ ਬੀਰਜਨਾਦ ਨੇ ਸਰਬਲੋ ਭਗਵਾਨ ਦੇ ਸਰੀਰ ਉੱਪਰ। ਗੁਰਜ ਗੋਫਨ ਸੂਲਨ ਮਾਰ ਮਚੀ। ਮਹਾਰਾਜ ਕਲਗੀਧਰ ਜੀ ਕਹਿੰਦੇ ਗੁਰਜ ਗੋਪੀਆਂ ਗੋਪੀਏ ਤੇ ਸੂਲਨ ਸੂਆਂ ਦੀ ਮਾਰ ਮਚੀ ਹੈ। ਦੋਹ ਤਰਫ ਜੁਝਾਰਨ ਜੁੱਧ ਰਚੀ। ਦੋਨਾਂ ਹੀ ਤਰਫਾਂ ਤੋਂ ਜੁਝਾਰੂ ਸੂਰਮਿਆਂ ਨੇ ਯੁੱਧ ਰਚਿਆ ਹੈ। ਇੱਥੇ ਸ਼ੰਕਾ ਨਾ ਕਰ ਲਿਓ ਕਿ ਬੀਰਜਨਾਦ ਨੇ ਭਗਵਾਨ ਦੇ ਸਰੀਰ ਤੇ ਕਿਵੇਂ ਜ਼ਖਮ ਕਰ ਦਿੱਤੇ। ਗੁਰੂ ਖਾਲਸਾ ਜੀ ਪਿੱਛੇ ਪ੍ਰਸੰਗ ਆਇਆ ਕਿ ਭਗਵਾਨ ਦਾ ਸਰੀਰ ਲੋਹੇ ਦਾ, ਜ਼ਖਮ ਹੁੰਦਾ ਹੀ ਨਹੀਂ। ਜੇ ਮਾਸ ਦਾ ਹੋਵੇ ਤੇ ਜ਼ਖਮ ਹੋਵੇ। ਜੇ ਕੋਈ ਉਹ ਸ਼ਸਤਰ ਚਲਾਉਂਦਾ ਏ ਤੇ ਭਗਵਾਨ ਦੇ ਗਲੇ ਵਿੱਚ ਫੁੱਲਾਂ ਦਾ ਹਾਰ ਬਣ ਕੇ ਉਹ ਸ਼ਸਤਰ ਵਿਰਾਜਮਾਨ ਹੋ ਜਾਂਦਾ ਹੈ। ਫਿਰ ਸਰਬਲੋ ਭਗਵਾਨ ਦੇ ਕਿਵੇਂ ਵਾਰ ਕਰਕੇ ਜ਼ਖਮ ਕਰ ਦਿੱਤੇ, ਐ ਕੋਈ ਸ਼ੰਕਾ ਨਾ ਕਰ ਲਿਓ। ਗੁਰੂ ਖਾਲਸਾ ਜੀ ਕਲਗੀਧਰ ਪਾਤਸ਼ਾਹ ਜੀ ਜਦੋਂ ਕਮਰ ਕੱਸਾ ਲਾ ਲੈਂਦੇ ਸੀ, ਬੱਜਰ ਵਰਗਾ ਸਰੀਰ ਹੋ ਜਾਂਦਾ ਸੀ ਕਲਗੀਧਰ ਪਾਤਸ਼ਾਹ ਜੀ ਦਾ। ਜਦੋਂ ਕਮਰ ਕੱਸਾ ਖੋਲਦੇ ਸੀ ਮੋਮ ਵਰਗਾ ਹੋ ਜਾਂਦਾ ਸੀ। ਇਹ ਸਾਹਿਬ ਦੇ ਕੌਤਕ ਸਨ। ਗੁਲ ਖਾਂ ਨੇ ਜਦੋਂ ਕਟਾਰ ਮਾਰੀ, ਉਦੋਂ ਗੁਰੂ ਖਾਲਸਾ ਜੀ ਮਹਾਰਾਜ ਦਾ ਸਰੀਰ ਕਮਰ ਕੱਸਾ ਲਾਇਆ ਸੀ ਤੇ ਮੋਮ ਵਰਗਾ ਹੋਇਆ ਸੀ। ਸੱਚੇ ਪਾਤਸ਼ਾਹ ਨੇ ਉੱਥੇ ਹੀ ਗੁਲ ਖਾਂ ਤੇ ਉਹਦੇ ਭਰਾ ਨੂੰ ਝਟਕਾ ਦਿੱਤਾ ਸੀ। ਫਿਰ ਬਹਾਦਰ ਸ਼ਾਹ ਮਹਾਰਾਜ ਦਾ ਸੇਵਕ ਬਣ ਚੁੱਕਾ ਸੀ। ਇਹਨਾਂ ਦੇ ਅੰਗਰੇਜ਼ ਡਾਕਟਰ ਸੀ ਖਾਨਦਾਨੀ, ਉਹਨਾਂ ਦੇ ਕੋਲੋਂ ਮਹਾਰਾਜ ਦਾ ਇਲਾਜ ਹੋਣ ਲੱਗਾ। ਜਦੋਂ ਗੁਰੂ ਖਾਲਸਾ ਜੀ ਕਲਗੀਧਰ ਦਾ ਦਰਸ਼ਨ ਕੀਤਾ, ਉਹ ਨਿਹਾਲੋ ਨਿਹਾਲ ਹੋ ਗਏ। ਉਹਦਾ ਨਾਮ ਸੀ ਡਾਕਟਰ ਕੌਲ। ਗੁਰੂ ਖਾਲਸਾ ਜੀ ਉਹਦੇ ਨਾਲ ਇੱਕ ਆਇਆ ਸੀ ਤੇ ਉਹਨੇ ਵੇਖਿਆ ਵੀ ਕਲਗੀਧਰ ਪਾਤਸ਼ਾਹ ਜੀ ਜਦੋਂ ਕਮਰ ਕੱਸਾ ਲਾਉਂਦੇ ਨੇ ਉਦੋਂ ਸਰੀਰ ਸੱਚੇ ਪਾਤਸ਼ਾਹ ਦਾ ਬੱਜਰ ਵਰਗਾ ਹੁੰਦਾ ਹੈ। ਜਦੋਂ ਖੋਲ ਲੈਂਦੇ ਨੇ ਉਦੋਂ ਸੱਚੇ ਪਾਤਸ਼ਾਹ ਜੀ ਦਾ ਸਰੀਰ ਮੋਮ ਵਰਗਾ ਹੋ ਜਾਂਦਾ ਹੈ। ਗੁਰੂ ਖਾਲਸਾ ਜੀ ਫਰਾਂਸ ਦੇ ਵਿੱਚੋਂ ਚੱਲ ਕੇ ਆਇਆ ਸੀ। ਇਹ ਡਾਕਟਰ ਦਾ ਸਹਾਇਕ ਸੀ ਤੇ ਇਤਿਹਾਸਕ ਸੀ। ਤੇ ਉਹਨੇ
ਮਹਾਰਾਜ ਦਾ ਇਤਿਹਾਸ ਲਿਖਿਆ। ਵਿਦਵਾਨਾਂ ਦਾ ਵਿਚਾਰ ਹੈ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਸਰਬਲੋ ਜੀ ਦੀ ਬਾਣੀ, ਸ਼ਸਤਰਾਂ ਅਸਤਰਾਂ ਦਾ ਗਿਆਨ, ਜੋ ਵਿਦਿਆ ਦਾ ਮਹਾਨ ਭੰਡਾਰਾ ਸੀ, ਸਰਬਲੋ ਗ੍ਰੰਥ ਵਿੱਚ ਜੈਸੇ ਪ੍ਰਸੰਗ ਸੀ ਉਹ ਸਾਰੇ ਉਹਨੇ ਲਿਖੇ। ਯੂਰਪ ਵਿੱਚ ਜਾ ਕੇ, ਫਿਰ ਚੀਨ ਵਿੱਚ ਜਾ ਕੇ, ਅਮਰੀਕਾ ਵਿੱਚ ਜਾ ਕੇ ਉਹਨਾਂ ਨੇ ਮਜਾਲਾਂ ਬਣਾਈਆਂ। ਜਿੰਨੀ ਵਾਰ ਸ਼ਸਤਰਾਂ ਅਸਤਰਾਂ ਦੀ ਤਕਨੀਕ ਹੈ ਇਹ ਕਲਗੀਧਰ ਤੋਂ ਸਰਬਲੋ ਦੀ ਬਾਣੀ ਵਿੱਚੋਂ ਅੰਗਰੇਜ਼ਾਂ ਨੇ ਲਈ ਹੈ। ਐਸਾ ਗੁਰੂ ਖਾਲਸਾ ਜੀ ਇਹ ਦੱਸਿਆ ਜਾਂਦਾ ਹੈ। ਦੂਜਾ ਗੁਰੂ ਖਾਲਸਾ ਜੀ ਜਿਵੇਂ ਕਲਗੀਧਰ ਦਾ ਸਰੀਰ ਕਦੇ ਮੋਮ ਵਰਗਾ ਕਦੇ ਪੱਥਰ ਵਰਗਾ ਹੋ ਜਾਂਦਾ, ਇਦਾਂ ਹੀ ਸਰਬਲੋ ਭਗਵਾਨ ਦਾ ਸਰੀਰ ਸੀ। ਜਦੋਂ ਬੀਰਜਨਾਦ ਨੂੰ ਉਕਸਾਉਣਾ ਹੁੰਦਾ, ਹੰਕਾਰੀ ਭੂਏ ਚਾੜਨਾ ਹੁੰਦਾ, ਉਦੋਂ ਇੱਕ ਅੱਧਾ ਫੱਟ ਉਹਦਾ ਆਪਣੇ ਸਰੀਰ ਤੇ ਲਾ ਵੀ ਲੈਂਦੇ। ਕਦੇ ਆਪਣਾ ਸਰੀਰ ਲੋਹੇ ਦਾ ਬੱਜਰ ਵਰਗਾ ਬਣਾ ਲੈਂਦੇ। ਇਹ ਭਗਵਾਨ ਦੇ ਚੋਜ ਨੇ, ਖੇਡਾਂ ਨੇ, ਇਸ ਲਈ ਇੱਥੇ ਕੋਈ ਸ਼ੰਕਾ ਨਾ ਕਰਿਓ ਜੀ। ਨਿਰਸੰਕ ਨਿਸਾਚਰ ਕਾਨ ਤਜਿਓ। ਜਦੋਂ ਸਰਬਲੋ ਭਗਵਾਨ ਦੇ ਸਰੀਰ ਤੇ ਫੱਟ ਲੱਗ ਗਏ, ਫਿਰ ਨਿਸਾਚਰ ਦੈਂਤ ਨੂੰ ਕੋਈ ਸ਼ੰਕਾ ਨਾ ਰਹੀ। ਨਿਸੰਗ ਹੋ ਗਿਆ। ਨਿਸੰਗ ਹੋ ਕਰਕੇ ਉਹਨੇ ਕਾਨ ਕਨੌਟ ਛੱਡ ਦਿੱਤੀ, ਆਪਣਾ ਮਨੋਬਲ ਉੱਚਾ ਕਰਕੇ ਲੜਨ ਲੱਗ ਪਿਆ। ਸਰ ਸੰਗ ਸੇਲਨ ਈਸ ਜਜਿਓ। ਫਿਰ ਉਹਨੇ ਗੁਰੂ ਖਾਲਸਾ ਜੀ ਤੀਰ ਬਰਸ਼ਿਆਂ ਦੇ ਨਾਲ ਭਗਵਾਨ ਨੂੰ ਪੂਜਿਆ ਹੈ। ਇਥੋਂ ਗੁਰੂ ਖਾਲਸਾ ਜੀ ਜੰਗ ਦੇ ਮੈਦਾਨ ਵਿੱਚ ਜਿਹੜੀ ਛਤਰੀਆਂ ਦੀ ਆਰਤੀ ਹੈ ਉਹ ਸ਼ੁਰੂ ਹੋ ਜਾਂਦੀ ਹੈ। ਜਿਵੇਂ ਗਗਨ ਮਹਿ ਥਾਲ ਰਬ ਚੰਦ ਦੀਪਕ ਬਨੇ, ਤਾਰੇ ਕਾ ਮੰਡਲ ਜਨਕ ਮੋਤੀ। ਜਿਵੇਂ ਅਕਾਲ ਪੁਰਖ ਦੀ ਕੁਦਰਤ ਵੱਲੋਂ ਆਰਤੀ ਹੋ ਰਹੀ ਹੈ, ਇਹ ਰੂਪ ਦਾ ਅਲੰਕਾਰ ਗੁਰੂ ਨਾਨਕ ਸਾਹਿਬ ਜੀ ਨੇ ਬੱਧਾ ਹੈ। ਇਸੇ ਤਰ੍ਹਾਂ ਜੰਗ ਦੇ ਮੈਦਾਨ ਵਿੱਚ ਕਿਵੇਂ ਬੀਰਜਨਾਦ ਨੇ ਆਰਤੀ ਕੀਤੀ ਹੈ ਭਗਵਾਨ ਦੀ, ਉਹ ਕਲਗੀਧਰ ਪਾਤਸ਼ਾਹ ਜੀ ਛਤਰੀਆਂ ਦੀ ਆਰਤੀ ਜੋ ਸ਼ਸਤਰਾਂ ਅਸਤਰਾਂ ਨਾਲ ਕੀਤੀ ਜਾਂਦੀ ਉਹ ਕਥਨ ਕਰਦੇ ਨੇ। ਹੁਣ ਚੱਕਰ ਸਾਇਕ ਆਰਤ ਦੀਪਕ ਕੈ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਹੜਾ ਚੱਕਰ ਤੇ ਤੀਰ ਚੱਲਦੇ ਪਏ ਨੇ, ਇਹ ਚੱਕਰ ਤੇ ਤੀਰ ਚਲਾ ਕਰਕੇ ਭਗਵਾਨ ਦੀ ਆਰਤੀ ਕੀਤੀ ਹੈ ਦੀਵੇ ਜਗਾ ਕਰਕੇ ਬੀਰਜਨਾਦ ਨੇ। ਹਰ ਔਰ ਪਟੋ ਬਨ ਗੀਤਕ ਕੈ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਹਰੀ ਦੀ ਤਰਫ ਨੂੰ ਜਿਹੜੇ ਤੀਰ ਚਲਾਏ ਨੇ, ਸ਼ਸਤਰ ਚਲਾਏ ਨੇ, ਸ਼ਸਤਰ ਭੇਜੇ ਨੇ, ਤੀਰ ਜਿਹੜੇ ਛੂਕਦੇ ਜਾਂਦੇ ਨੇ, ਇਹ ਗੀਤਕਾਰ ਬਣ ਕੇ ਭਗਵਾਨ ਦੀ ਤਰਫ ਨੂੰ ਜਾ ਰਹੇ ਨੇ। ਭਗਵਾਨ ਦੀ ਆਰਤੀ ਕਰਨ ਲਈ ਗੀਤ ਗਾਉਂਦੇ ਹੋਏ ਮੰਨੋ। ਚਰਮ ਸੇਲ ਗਦਾ ਗੁਰਜ ਨਾਦਨ ਕੈ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਹੜਾ ਹੱਥ ਦੇ ਵਿੱਚ ਬੀਰਜਨਾਦ ਨੇ ਢਾਲਾ, ਬਰਸ਼ਾ, ਗਦਾ, ਗੁਰਜ ਪਕੜੀ ਹੈ, ਇਹ ਮਾਨੋ ਨਾਦਨ ਵਾਜੇ ਪਕੜੇ ਨੇ ਆਰਤੀ ਵਿੱਚ ਵਜਾਉਣ ਵਾਸਤੇ। ਇਹ ਮਾਨੋ ਵਾਜੇ ਵਜਾਉਂਦਾ ਪਿਆ ਏ। ਰਚ ਸਾਰੰਗ ਸਾੰਗ ਸਿਤਾਰਨ ਕੈ। ਇਹ ਜਿਹੜੇ ਸ਼ਸਤਰ ਨੇ ਮਾਨੋ ਸਰੰਗੀ ਤੇ ਸਿਤਾਰ ਰਚ ਕਰਕੇ, ਜਿਹੜੀ ਬਰਸ਼ੀ ਆ ਉਹਨੂੰ ਸਰੰਗੀ ਜਾਣ ਲਓ ਤੇ ਜਿਹੜਾ ਬਰਸ਼ਾ ਏ ਉਹਨੂੰ ਸਿਤਾਰ ਜਾਣ ਲੈਣਾ ਕਰੋ। ਇਦਾਂ ਇਹ ਸਾਰੰਗੀ ਤੇ ਸਿਤਾਰ ਰਚ ਕਰਕੇ ਭਗਵਾਨ ਦੀ ਆਰਤੀ ਕਰਦਾ ਪਿਆ ਏ। ਚੱਕਰ ਤੇ ਤੀਰ ਜਿਹੜੇ ਨੇ ਆਰਤੀ ਦੇ ਦੀਵੇ ਸਮਝ ਲੈਣੇ। ਬਨੈਟੀ ਕੁਠਾਰ ਨਿਸ਼ਾਨ ਬਿਬਦੈ। ਹਾਂ, ਬਨੈਟੀ ਤੇ ਕੁਹਾੜਾ ਇਹ ਮਾਨੋ ਨਾਨਾ ਤਰ੍ਹਾਂ ਦੇ ਨਗਾਰੇ ਵੱਜਦੇ ਪਏ ਨੇ। ਬਨੈਟੀ ਮਰਹਟੀ ਤੇ ਕੁਠਾਰ ਕੁਹਾੜਾ ਜੋ ਚੱਲਦਾ ਪਿਆ ਏ। ਰਚ ਮੰਦਲ ਬੀਨ ਬਾਦੰਤਰ ਸੁਭਗੈ। ਹਾਂ, ਜੋ ਨਾਨਾ ਪ੍ਰਕਾਰ ਦੇ ਨਿਸ਼ਾਨ ਗੁਰੂ ਖਾਲਸਾ ਜੀ ਬਰਸ਼ੇ, ਕੁਠਾਰ ਕੁਹਾੜੇ ਤੇ ਬਨੈਟੀ ਹੈ, ਇਹ ਮਾਨੋ ਮੰਦਲ ਢੋਲ ਬੀਨ ਬਾਦੰਤਰ ਵਾਜੇ ਸੁਭਗੈ ਸੁੰਦਰ ਯੁੱਧ ਦੇ ਮੈਦਾਨ ਵਿੱਚ ਰਚੇ ਹੋਏ ਨੇ। ਯੁੱਧ ਦੇ ਮੈਦਾਨ ਵਿੱਚ ਭਗਵਾਨ ਦੀ ਆਰਤੀ ਕਰਨ ਲਈ ਬੀਰਜਨਾਦ ਨੇ। ਹੱਥ ਨਾਲ ਬੰਦੂਕ ਤੁਫੰਗ ਤਹਾਂ। ਹੱਥ ਨਾਲ ਹੱਥ ਨਾਲ ਚਲਾਉਣ ਵਾਲੀ ਬੰਦੂਕ ਤੇ ਤੁਫੰਗ ਤੋਪ ਤਾਂ ਯੁੱਧ ਦੇ ਮੈਦਾਨ ਵਿੱਚ ਉੱਥੇ। ਧੁਨ ਭੇਰਨ ਸੰਖਨ ਨਾਦ ਮਹਾ। ਹਾਂ, ਇਹ ਮਾਨੋ
ਵੀ ਧੁਨੀ ਕਰਨ ਵਾਲੀਆਂ ਭੇਰੀਆਂ ਨੇ। ਜਿਹੜੀ ਬੰਦੂਕ ਹੈ ਇਹ ਮਾਨੋ ਭੇਰੀ ਹੈ ਧੁਨੀ ਕਰਨ ਵਾਲੀ। ਤੁਫੰਗ ਜਿਹੜੀ ਹੈ ਇਹ ਮਾਨੋ ਸੰਖ ਨਾਦ ਮਹਾ ਉੱਚੀ ਆਵਾਜ਼ ਕਰਨ ਵਾਲਾ ਸੰਖ ਹੈ, ਕਿਉਂਕਿ ਤੋਪ ਦੀ ਗੜਗੱਜ ਬੜੀ ਹੁੰਦੀ ਹੈ। ਨਾਦ ਮੈਨੇ ਆਵਾਜ਼, ਮਹਾ ਮੈਨੇ ਵੱਡੀ ਆਵਾਜ਼ ਕਰਨ ਵਾਲਾ ਸੰਖ ਹੈ। ਇਸ ਤਰੀਕੇ ਨਾਲ ਬੰਦੂਕ ਤੇ ਤੁਫੰਗ ਨੂੰ ਸੰਖ ਤੇ ਭੇਰੀ ਸਮਝ ਲੈਣਾ। ਸਦ ਗਰਜ ਨਿਸਾਚਰ ਗਾਨ ਗੁਨੰ। ਹਾਂ ਦੈਂਤ ਜੀ, ਜਿਹੜੀ ਗਰਜਦੀ ਆਵਾਜ਼ ਹੈ ਇਹ ਮੰਨ ਲਓ ਗਾਨ ਮੈਨੇ ਗੀਤ, ਗੁਨੰ ਮੈਨੇ ਵਿਚਾਰ ਲਓ। ਸਦ ਦਾ ਅਰਥ ਹੁੰਦਾ ਹੈ ਆਵਾਜ਼। ਜਦੋਂ ਬੀਰਜਨਾਥ ਸਰਬਲੋ ਭਗਵਾਨ ਨੂੰ ਵੇਖ ਕੇ ਯੁੱਧ ਦੇ ਮੈਦਾਨ ਵਿੱਚ ਗਰਜ ਮੈਨੇ ਗੱਜਦਾ ਹੈ। ਨਿਸਾਚਰ ਮੈਨੇ ਬੀਰਜਨਾਥ ਸਦ ਆਵਾਜ਼ ਕਰਕੇ ਜਦੋਂ ਗਰਜ ਗੱਜਦਾ ਏ, ਮਾਨੋ ਇਹ ਸਰਬਲੋ ਭਗਵਾਨ ਦੀ ਉਸਤਤ ਵਿੱਚ ਗਾਨ ਗੀਤ ਹੀ ਗਾ ਰਿਹਾ ਹੈ। ਇਸ ਤਰ੍ਹਾਂ ਗੁਣੰ ਵਿਚਾਰ ਲੈਣਾ ਕਰੋ। ਕਿਲਕਾਰ ਅਲਾਪਤ ਤਾਨ ਤੁਨੰ। ਮਹਾਰਾਜ ਕਲਗੀਧਰ ਜੀ ਕਹਿੰਦੇ ਜੋ ਕਿਲਕਾਰੀਆਂ ਮਾਰਦਾ ਏ ਸਰਬਲੋ ਭਗਵਾਨ ਨੂੰ ਵੇਖ ਕਰਕੇ, ਇਹ ਮਾਨੋ ਤਾਨ ਕਹੀਏ ਤਰਾਨੇ, ਧੁਨੰ ਕਹੀਏ ਉੱਚੀ ਆਵਾਜ਼ ਕਰਕੇ ਅਲਾਪਦਾ ਪਿਆ ਏ, ਗਾਉਂਦਾ ਪਿਆ ਏ, ਭਗਵਾਨ ਦੇ ਜਸ ਵਿੱਚ ਤਰਾਨੇ ਅਲਾਪਦਾ ਪਿਆ ਏ। ਸਰ ਸਾਇਕ ਗੋਲਨ ਬਾਨ ਗੁੱਲੀ। ਹਾਂ ਸਰ ਤੀਰ, ਸਾਇਕ ਤਿੱਖੇ ਤੀਰ, ਤੇ ਗੋਲਨ ਗੋਲੇ, ਤੇ ਬਾਣ ਗੁਲੀ ਗੁਰੂ ਖਾਲਸਾ ਜੀ ਪੋਲਾ ਹੀ ਬੋਲਣਾ ਹੈ। ਇਹ ਮਾਨੋ ਭਗਵਾਨ ਦੇ ਉੱਪਰ ਫੁੱਲ ਸੁੱਟਦਾ ਪਿਆ ਹੈ। ਗੁਲੀ ਫਾਰਸੀ ਵਿੱਚ ਫੁੱਲਾਂ ਨੂੰ ਕਹਿੰਦੇ ਨੇ। ਗੁਰੂ ਖਾਲਸਾ ਜੀ ਜੋ ਭਗਵਾਨ ਦੀ ਤਰਫ ਨੂੰ ਤਿੱਖੇ ਤੀਰ ਗੋਲੇ ਆਦਿਕ ਚਲਾਉਂਦਾ ਪਿਆ ਹੈ, ਇਹ ਮਾਨੋ ਭਗਵਾਨ ਤੇ ਫੁੱਲ ਸੁੱਟਦਾ ਪਿਆ ਹੈ। ਜਾਂ ਗੁੱਲੀ ਦਾ ਅਰਥ ਲੈਣਾ ਹੈ ਜਿਵੇਂ ਗੁੱਲੀ ਡੰਡਾ ਖੇਡਦੇ ਨੇ, ਘੜ ਘੜ ਕੇ ਗੁੱਲੀਆਂ ਡੰਡਿਆਂ ਦੇ ਨਾਲ ਭਗਵਾਨ ਦੀ ਤਰਫ ਨੂੰ ਜੋ ਚਲਾਉਂਦਾ ਪਿਆ ਹੈ, ਇਹਦਾ ਦੂਜੇ ਅਰਥ ਵਿੱਚ ਗੁੱਲੀ ਪਾਠ ਕਰ ਲੈਣਾ ਹੈ। ਰਚ ਪੁਸ਼ਪਨ ਗੇਂਦਨ ਮਾਲ ਭਲੀ। ਹਾਂ ਮਾਨੋ ਇਹ ਪੁਸ਼ਪਨ ਫੁੱਲ ਰਚ ਕਰਕੇ, ਗੇਂਦਨ ਗੇਂਦੂਏ ਦੇ ਫੁੱਲ ਦੀ ਮਾਲਾ ਭਲੀ ਪ੍ਰਕਾਰ ਤਿਆਰ ਕਰਕੇ ਭਗਵਾਨ ਦੇ ਗਲੇ ਵਿੱਚ ਪਾ ਰਿਹਾ ਹੈ, ਜਿਹੜੇ ਸ਼ਸਤਰ ਚੱਲਦੇ ਪਏ ਨੇ। ਦੀਪ ਮਾਲ ਜਵਾਲਾ ਤੋਪ ਤਜੈ। ਹਾਂ ਤੋਪ ਆਪਣੇ ਮੂੰਹ ਤੋਂ ਜਿਹੜੀ ਅੱਗ ਛੱਡਦੀ ਪਈ ਹੈ, ਇਹ ਮਾਨੋ ਦੀਪ ਮਾਲਾ ਕਰਦਾ ਪਿਆ ਏ ਸਰਬਲੋ ਭਗਵਾਨ ਦੇ ਅੱਗੇ। ਪ੍ਰਕਾਸ਼ ਛਟਾ ਚਪਲਾ ਹੂੰ ਲੱਜੈ। ਹਾਂ ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਇੰਨਾ ਪ੍ਰਕਾਸ਼ ਹੋ ਰਿਹਾ ਹੈ ਤੋਪਾਂ ਦੇ ਵਿੱਚੋਂ ਅੱਗ ਨਿਕਲਣੇ ਕਰਕੇ ਕਿ ਚਪਲਾ ਜਿਹੜੀ ਬਿਜਲੀ ਹੈ ਉਸ ਦੀ ਛਟਾ ਚਮਕਦਾ ਪ੍ਰਕਾਸ਼ ਵੀ ਲੱਜਾ ਦੇ ਸਮੇਤ ਹੁੰਦਾ ਹੈ ਤੋਪ ਦਾ ਪ੍ਰਕਾਸ਼ ਵੇਖ ਕਰਕੇ। ਤਮਕਾਰ ਬੰਦੂਕ ਤੁਪਕ ਝਜਕੈ। ਮਹਾਰਾਜ ਕਲਗੀਧਰ ਜੀ ਕਹਿੰਦੇ ਬੰਦੂਕਾਂ ਦੀ ਧਮਕ ਪੈਂਦੀ ਪਈ ਹੈ ਜੋ ਤੁਪਕ ਝਜਕੈ, ਤੁਪਕ ਤੋਪਾਂ ਜੋ ਝਜਕੈ ਗੱਜਦੀਆਂ ਪਈਆਂ ਨੇ। ਰਚ ਮਾਰੂ ਦੁੰਦਬ ਧੌਂਸ ਤੁਕੈ। ਮਾਨੋ ਇਹ ਦੁੰਦਬ ਨਗਾਰੇ ਮਾਰੂ ਜੰਗੀ ਰਚ ਕਰਕੇ ਵਜਾਉਂਦਾ ਪਿਆ ਇਹ ਬੀਰਜਨਾਥ ਸਰਬਲੋ ਭਗਵਾਨ ਦੀ ਆਰਤੀ ਕਰਨ ਸਮੇਂ। ਮਾਨੋ ਇਹ ਧੌਂਸ ਧੌਂਸੇ ਧੁਕੈ ਗੱਜਦੇ ਪਏ ਨੇ ਆਰਤੀ ਦੇ ਵਿੱਚ। ਓੰਕਾਰ ਤੁਪਕ ਧੁਨ ਕੰਟਨ ਕੀ। ਮਹਾਰਾਜ ਕਲਗੀਧਰ ਜੀ ਕਹਿੰਦੇ ਜੋ ਤੁਪਕ ਤੋਪਾਂ ਦੀ ਪੁੰਕਾਰ ਆਵਾਜ਼ ਹੋ ਰਹੀ ਹੈ, ਇਹ ਮਾਨੋ ਘੰਟਿਆਂ ਦੀ ਧੁਨੀ ਹੋ ਰਹੀ ਹੈ। ਆਰਤੀ ਵਿੱਚ ਘੰਟੇ ਵੱਜਦੇ ਪਏ ਨੇ। ਰਵ ਨਾਦਨ ਕੋਕਨ ਡੰਕਨ ਕੀ। ਰਵ ਸੰਖਾਂ ਦੀ ਨਾਦਨ ਆਵਾਜ਼ ਹੋ ਰਹੀ ਹੈ, ਡੰਕਨ ਡੱਗਿਆਂ ਦੀ ਘੋਖਣ ਆਵਾਜ਼ ਹੋ ਰਹੀ ਹੈ। ਜੋ ਤੋਪ ਗੱਜਦੀ ਹੈ ਇਸ ਤਰੀਕੇ ਨਾਲ ਸਮਝ ਲੈਣਾ। ਚਨਕਾਰ ਚਨਾ ਚਨ ਸ਼ਸਤਰਨ ਕੀ। ਮਹਾਰਾਜ ਕਲਗੀਧਰ ਜੀ ਕਹਿੰਦੇ ਜਦੋਂ ਸ਼ਸਤਰ ਤੇ ਸ਼ਸਤਰ ਵੱਜਦਾ ਏ, ਝਨਕਾਰ ਦੀ ਝਨਝਨ ਕਰਦੀ ਆਵਾਜ਼ ਜੋ ਪੈਦਾ ਹੋ ਰਹੀ ਹੈ ਟੰਕਾਰ ਦੇ ਨਾਲ। ਪਗ ਪਾਇਲ ਕੁੰਗਰ ਪੱਤਰਨ ਕੀ। ਮਾਨੋ ਇਹ ਆਰਤੀ ਦੇ ਵਿੱਚ ਪੱਤਰਨ ਅਪੱਛਰਾਂ ਨਟਾਂ ਪਾਤਰ ਆਦਿਕ ਨੱਚਦੇ ਪਏ ਨੇ। ਪੱਤਰਨ ਮੈਨੇ ਅਪੱਛਰਾਂ ਨਟ ਪਾਤਰ
ਕੋਈ ਅਰਥ ਵੀ ਸਮਝ ਲੈਣਾ। ਜਦੋਂ ਆਰਤੀ ਹੁੰਦੀ ਹੈ ਉਦੋਂ ਪੱਛਰਾਂ ਵੀ ਨੱਚਦੀਆਂ ਨੇ, ਉਦੋਂ ਨਾਚ ਕਰਨ ਵਾਲੇ ਪਾਤਰ ਅਧਿਕਾਰੀ ਵੀ ਨੱਚਦੇ ਨੇ, ਨਟ ਵੀ ਨੱਚਦੇ ਨੇ। ਮਾਨੋ ਇਹਨਾਂ ਦੇ ਪੈਰਾਂ ਵਿੱਚ ਪਾਏ ਹੋਏ ਘੁੰਗਰੂ ਤੇ ਪਾਇਲਾਂ ਦੀ, ਪਾਇਲ ਮੈਨੇ ਝਾਂਜਰਾਂ ਦੀ ਆਵਾਜ਼ ਹੁੰਦੀ ਪਈ ਹੈ, ਜੋ ਸ਼ਸਤਰਾਂ ਦੀ ਝਣ ਝਣ ਕਰਦੀ ਆਵਾਜ਼ ਆ ਰਹੀ ਹੈ ਯੁੱਧ ਦੇ ਮੈਦਾਨ ਵਿੱਚੋਂ। ਤੜਾ ਤੜ ਸ਼ਰਕਨ ਸ਼ੀਟ ਪਰ, ਹਾਂ ਤੜਾ ਤੜ ਸ਼ਰਕਨ, ਸ਼ਰਕਨ ਮੈਨੇ ਚੱਲਣ ਤੋਂ, ਤੜਾ ਤੜ ਮੈਨੇ ਤੜ ਤੜ ਕਰਦੇ ਤੀਰਾਂ ਦੇ ਚੱਲਣ ਤੋਂ, ਜੋ ਲਹੂ ਦੀਆਂ ਛਿੱਟਾਂ ਪੈਂਦੀਆਂ ਪਈਆਂ ਨੇ। ਜਦੋਂ ਤੀਰ ਚੱਲਦੇ ਨੇ, ਤੀਰ ਸਰੀਰ ਤੇ ਜਾ ਕੇ ਵੱਜਦੇ ਨੇ, ਸਰੀਰ ਵਿੱਚੋਂ ਬਾਹਰ ਨੂੰ ਲਹੂ ਦੀਆਂ ਛਿੱਟਾਂ ਡਿੱਗਦੀਆਂ ਪਈਆਂ ਨੇ। ਇਸ ਪੰਧ ਮਲਾਗਰ ਧੂਪ ਜਰੈ, ਮਾਨੋ ਇਹ ਸਪੰਦ ਕੀਮਤੀ ਲੱਕੜ ਜੋ ਗੁਰੂ ਖਾਲਸਾ ਜੀ ਆਰਤੀ ਵਿੱਚ ਧੂਪ ਜਗਾਉਣ ਸਮੇਂ ਵਰਤੀ ਜਾਂਦੀ ਹੈ। ਇਸ ਪੰਧ ਦੀ ਲੱਕੜ ਮਲਾਗਰ ਚੰਦਨ ਦੀ ਲੱਕੜ ਦੇ ਨਾਲ ਧੂਪ ਜਰੈ ਮੈਨੇ ਸੜਦੀ ਪਈ ਹੈ, ਜਲਦੀ ਪਈ ਹੈ। ਇਹ ਜਿਹੜੀਆਂ ਲਹੂ ਦੀਆਂ ਛਿੱਟਾਂ ਪੈਂਦੀਆਂ ਪਈਆਂ ਨੇ, ਇਹ ਮਾਨੋ ਧੂਪ ਸੜਦੀ ਪਈ ਹੈ। ਧੂਪ ਜਿਹੜੀ ਹੈ ਉਹ ਧੁਖਦੀ ਪਈ ਹੈ। ਸਦ ਗਰਜਤ ਮਾਨਸ ਓਜ ਭਰਾ, ਮਹਾਰਾਜ ਕਲਗੀਧਰ ਜੀ ਕਹਿੰਦੇ ਸਦ ਆਵਾਜ਼ ਕਰਕੇ ਗਰਜਿਤ ਗੱਜਦਾ ਏ, ਮਾਨਸ ਮਨ ਵਿੱਚ ਓਜ ਬਲ ਭਰ ਕੇ। ਇੱਕ ਮੂੰਹੋਂ ਗੁਰੂ ਖਾਲਸਾ ਜੀ ਗੱਜੀਦਾ ਏ, ਇੱਕ ਮਨ ਵਿੱਚ ਬਲ ਭਰ ਕੇ ਮਨੋਂ ਉੱਚੀ ਦਿਨੀ ਗੱਜੀਦਾ ਏ। ਜਿਹੜਾ ਮਨੋਂ ਜ਼ੋਰ ਲਾ ਕੇ ਗੱਜਦਾ ਪਿਆ ਵੀਰ ਜਨਾਦ, ਜੈਕਾਰ ਪਦਾਰਥ ਉਹ ਧਰਾ। ਹਾਂ ਜੋ ਮਨ ਵਿੱਚ ਬਲ ਧਾਰ ਕੇ ਗੱਜਦਾ ਪਿਆ ਹੈ ਉੱਚੀ ਉੱਚੀ, ਇਹ ਮਾਨੋ ਜੈ ਜੈਕਾਰ ਕਰਦਾ ਪਿਆ ਏ ਸਰਬਲੋ ਭਗਵਾਨ ਦੀ ਰੋਹ ਨਾਲ ਜਿਹੜਾ ਗੱਜਦਾ ਪਿਆ ਹੈ। ਮਾਨੋ ਇਹ ਜੈਕਾਰ ਪਦ, ਜੈਕਾਰ ਅਰਥ ਵਾਲਾ ਭਗਵਾਨ ਦੇ ਅੱਗੇ ਉਸ ਵੀਰ ਜਨਾਦ ਨੇ ਧਰਾ ਰੱਖਿਆ ਹੈ। ਕਿਉਂਕਿ ਗੁਰੂ ਖਾਲਸਾ ਜੀ ਪਦਾਰਥ ਦਾ ਅਰਥ ਹੁੰਦਾ ਹੈ ਜਿਹੜਾ ਪਦ ਅਰਥ ਵਾਲਾ ਹੋਵੇ। ਇੱਕ ਸਾਰਥਕ ਪਦ ਹੁੰਦਾ ਹੈ, ਇੱਕ ਨਿਰਾਰਥਕ ਪਦ ਹੁੰਦਾ ਹੈ। ਜਿਹਦਾ ਅਰਥ ਨਾ ਨਿਕਲੇ ਉਹ ਪਦ ਨੂੰ ਨਿਰਾਰਥਕ ਕਹਿੰਦੇ ਨੇ, ਜਿਹਦਾ ਅਰਥ ਨਿਕਲੇ ਉਹਨੂੰ ਸਾਰਥਕ ਕਹਿੰਦੇ ਨੇ। ਪਦਾਰਥ ਦਾ ਅਰਥ ਹੈ ਸਾਰਥਕ ਪਦ। ਇਹ ਮਾਨੋ ਜੋ ਜੈ ਜੈਕਾਰ ਸਾਰਥਕ ਪਦ ਹੈ। ਜੈਕਾਰ ਕਹੋਗੇ ਤੇਰੀ ਜਿੱਤ ਹੋਵੇ, ਜਿੱਤ ਹੋਵੇ ਐਸਾ ਅਰਥ ਨਿਕਲੇਗਾ। ਇਸ ਲਈ ਇਹ ਸਾਰਥਕ ਪਦ ਹੈ। ਪਦਾਰਥ ਦਾ ਅਰਥ ਹੈ ਸਾਰਥਕ ਪਦ, ਜੈ ਜੈਕਾਰ ਵਾਲਾ ਭਗਵਾਨ ਦੀ ਸ਼ੋਭਾ ਵਿੱਚ ਉਸ ਵੀਰ ਜਨਾਦ ਨੇ ਰੱਖਿਆ ਹੈ, ਜੋ ਮਨ ਵਿੱਚ ਗੁੱਸਾ ਭਰ ਕੇ ਬਲ ਭਰ ਕੇ ਭਗਵਾਨ ਦੇ ਅੱਗੇ ਲਲਕਾਰੇ ਮਾਰਦਾ ਪਿਆ ਏ। ਇਸ ਤਰੀਕੇ ਨਾਲ ਸਮਝ ਲੈਣਾ। ਕਰ ਸਿਸਤ ਸੰਧਾਨਤ ਬਾਨ ਸਰੰਗ, ਹਾਂ ਸਿਸਤ ਮੈਨੇ ਸਿੱਧਿਆਂ ਕਰ ਕਰਕੇ, ਸੰਧਾਨਤ ਮੈਨੇ ਨਿਸ਼ਾਨਾ ਸਿੰਨ ਕੇ, ਤੀਰ ਦਾ ਜੋ ਤੀਰ ਚਲਾਉਂਦਾ ਪਿਆ ਏ ਵੀਰ ਜਨਾਦ। ਮਨ ਅੰਜਲ ਡੰਡ ਪ੍ਰਣਾਮ ਕਰੰ, ਮਾਨੋ ਇਹ ਮਨ ਦੀ ਬੁੱਕ ਵਿੱਚ ਸ਼ਰਧਾ ਦੇ ਫੁੱਲ ਰੱਖ ਕੇ ਡੰਡਵਤ ਹੋ ਕਰਕੇ ਪ੍ਰਣਾਮ ਨਮਸਕਾਰ ਕਰਦਾ ਪਿਆ ਏ। ਅੰਜੁਲ ਮੈਨੇ ਬੁੱਕ, ਮਨ ਦੀ ਬੁੱਕ ਵਿੱਚ ਸ਼ਰਧਾ ਦੇ ਫੁੱਲ ਰੱਖ ਕਰਕੇ ਡੰਡਵਤ ਹੋ ਕੇ ਮੱਥਾ ਟੇਕਦਾ ਪਿਆ ਏ। ਉਜਗਤ ਉਜਕ ਜੰਜਾਇਲ ਕੀ, ਹਾਂ ਜੰਜਾਇਲ ਮੈਨੇ ਜੰਜੀਰਾਂ ਵਾਲੀਆਂ ਬੰਦੂਕਾਂ ਚੱਲਣ ਤੇ, ਜੋ ਉਜਕਤ ਮੈਨੇ ਧੁਨੀ ਹੁੰਦੀ ਪਈ ਹੈ। ਜੰਜਾਇਲ ਮੈਨੇ ਤੀਰਾਂ ਜੰਜੀਰਾਂ ਵਾਲੀਆਂ ਬੰਦੂਕਾਂ ਦੀ, ਜੋ ਉਜਕਤ ਮੈਨੇ ਧੁਨੀ, ਉਜਕ ਮੈਨੇ ਹੁੰਦੀ ਪਈ ਹੈ। ਤੁਨ ਉਗਟਤ ਪਾਇਨ ਪਾਇਲ ਕੀ, ਹਾਂ ਇਹ ਮਾਨੋ ਕਿ ਪੈਰਾਂ ਵਿੱਚ ਜੋ ਪਾਈਆਂ ਪਾਇਲਾਂ ਨੇ ਉਹਨਾਂ ਦੀ ਧੁਨੀ ਉਗਟਤ ਪੈਦਾ ਹੁੰਦੀ ਪਈ ਹੈ। ਜੋ ਜੰਜੀਰਾਂ ਵਾਲੀਆਂ ਬੰਦੂਕਾਂ ਦੀ ਉਜਕਤ ਧੁਨੀ ਉਜਕ ਮੈਨੇ ਹੁੰਦੀ ਪਈ ਹੈ। ਮਨ ਭਾਵ ਨਟੂਹਨ ਦਾਵ ਫਬੇ, ਮਾਨੋ ਕਿ ਇਹ ਨਟੂਹਨ ਨਟਾਂ ਵਾਲੇ ਦਾ ਘਾਹ ਵੀਰ ਜਨਾਦ ਨੂੰ ਫੱਬਦੇ ਪਏ ਨੇ। ਜੋ ਯੁੱਧ ਦੇ ਦਾ ਘਾਹ ਕਰਕੇ ਸਰਬਲੋ ਨਾਲ ਯੁੱਧ ਕਰਦਾ ਪਿਆ ਏ। ਮਾਨੋ ਆਰਤੀ ਕਰਨ ਦੇ ਸਮੇਂ ਇਹ ਨਟਾਂ ਵਾਲੇ ਦਾ ਭਾ ਕਰਦਾ ਪਿਆ ਏ।
ਦਾ ਘਾ ਕਰਕੇ ਭਗਵਾਨ ਦੀ ਆਰਤੀ ਕਰਦਾ ਪਿਆ ਏ। ਇਦਾਂ ਇਹ ਨਟਾਂ ਪੱਛਰਾਂ ਤੇ ਜੱਛਾਂ ਵਾਲੇ ਜਿਹੜੇ ਦਾਬ ਘਾਵਨੇ ਬੀਰਜਨਾਥ ਨੂੰ ਫੱਬਦੇ ਪਏ ਹਨ। ਉਪਮਾ ਤਹਿ ਕੀ ਕਹਿ ਕੌਣ ਕਬੇ। ਸਾਹਿਬ ਜੀ ਕਹਿੰਦੇ ਯੁੱਧ ਕਾਹਦਾ ਕਰਦਾ ਪਿਆ ਹੈ, ਇਹਦੇ ਨਟਾਂ ਵਾਂਗੂ ਦਾਬ ਘਾਵ ਕਰਦਾ ਪਿਆ ਹੈ। ਇੰਨੇ ਫੱਬਦੇ ਪਏ ਨੇ ਇਹ ਦਾ ਘਾ, ਇਹਨਾਂ ਦੀ ਉਪਮਾ ਕਿਹੜਾ ਕਵੀ ਕਹਿ ਸਕਦਾ ਏ। ਫਟ ਮਸਤਕ ਸੁਰੌਨਤ ਧਾਰ ਬਹੀ। ਮੱਥਾ ਇਹਦਾ ਫਟ ਗਿਆ ਏ, ਲਹੂ ਦੀ ਧਾਰਾ ਇਹਦੇ ਮੱਥੇ ਤੋਂ ਚੱਲੀ ਹੈ। ਪਾਦਰਗ ਪੰਚ ਪਾਤਰਨ ਬਾਰ ਬਹੀ। ਮਾਨੋ ਕਿ ਜਿਹੜੀ ਮੱਥੇ ਤੋਂ ਲਹੂ ਦੀ ਧਾਰਾ ਚੱਲ ਰਹੀ ਹੈ ਇਹ ਪਾਣੀ ਦੀ ਧਾਰਾ ਹੋਵੇ। ਤੇ ਸਰਬਲੋ ਭਗਵਾਨ ਦੇ ਚਰਨ ਪਾਦ ਅਰਗ, ਅਰਗ ਪੈਰ ਧੋਣ ਵਾਲਾ ਭਾਂਡਾ ਹੁੰਦਾ ਹੈ, ਪਾਦ ਅਰਗ ਕਹਿੰਦੇ ਨੇ ਉਹਨੂੰ। ਮਾਨੋ ਸਰਬਲੋ ਭਗਵਾਨ ਦੇ ਚਰਨ ਪਾਦ ਅਰਗ ਵਿੱਚ ਪਾ ਕਰਕੇ ਆਰਤੀ ਕਰਨ ਵੇਲੇ, ਪੂਜਾ ਅਰਚਨਾ ਕਰਨ ਵੇਲੇ 5 ਪ੍ਰਕਾਰ ਦੇ ਬਰਤਨ ਲਈਦੇ ਨੇ। ਗੜਵੀ ਹੈ, ਇੱਕ ਗੁਰੂ ਖਾਲਸਾ ਜੀ ਕੜਛੀ ਹੁੰਦੀ ਹੈ, ਇੱਕ ਪਾਦ ਅਰਗਾ ਹੁੰਦਾ ਏ। ਇਸ ਤਰ੍ਹਾਂ 5 ਪ੍ਰਕਾਰ ਦੇ ਬਰਤਨ ਹੁੰਦੇ ਨੇ। ਮਾਨੋ ਇਹ 5 ਪ੍ਰਕਾਰ ਦੇ ਬਰਤਨ ਪਾਦ ਅਰਗਾ ਲੈ ਕੇ ਭਗਵਾਨ ਦੀ ਇਹ ਪੂਜਾ ਕਰ ਰਿਹਾ ਹੈ। ਇਹ ਲਹੂ ਕਾਹਦਾ ਮੱਥੇ ਤੋਂ ਵਗਦਾ ਪਿਆ, ਇਹ ਬਾਹਰ ਪਾਣੀ ਹੀ ਚੱਲਦਾ ਪਿਆ ਏ। ਉੱਤੋਂ ਪਾਣੀ ਦੀ ਧਾਰਾ ਚੱਲਦੀ ਪਈ ਹੈ, ਇਹਦੇ ਮੱਥੇ ਵਿੱਚੋਂ ਭਗਵਾਨ ਦੇ ਚਰਨ ਧੋ ਰਿਹਾ ਹੈ। 5 ਪ੍ਰਕਾਰ ਦੇ ਬਰਤਨ ਤੇ ਪਾਦ ਅਰਗਾ ਲੈ ਕਰਕੇ 5 ਪ੍ਰਕਾਰ ਦੇ ਬਰਤਨ ਵਰਤਦੇ ਨੇ ਪੰਡਤ ਪੂਜਾ ਵੇਲੇ। ਹੋਇ ਟੂਕ ਪੁਜਾ ਬ੍ਰਿਜ ਨਾਦ ਗਿਰਿਓ। ਬੀਰਜਨਾਥ ਦੀਆਂ ਬਾਹਾਂ ਟੁਕੜੇ ਟੁਕੜੇ ਹੋ ਕਰਕੇ ਧਰਤੀ ਉੱਪਰ ਡਿੱਗੀਆਂ ਨੇ। ਨਈ ਵੇਦ ਤਹਾਂ ਪਕਵਾਨ ਧਰਿਓ। ਮਾਨੋ ਆਰਤੀ ਕਰਦਾ ਪਿਆ ਏ। ਇਹ ਬਾਹਾਂ ਕਾਦੀਆਂ ਨੇ, ਇਹ ਨਈ ਵੇਦ ਤੇ ਪਕਵਾਨ ਹੀ ਹੈ ਜਿਹੜੇ ਸਰਬਲੋ ਭਗਵਾਨ ਦੇ ਅੱਗੇ ਬੀਰਜਨਾਥ ਨੇ ਰੱਖੇ ਨੇ। ਇਦਾਂ ਬੀਰਜਨਾਥ ਨੇ ਭਗਵਾਨ ਦੀ ਗੁਰੂ ਖਾਲਸਾ ਜੀ ਆਰਤੀ ਪੂਜਾ ਅਰਚਨਾ ਕੀਤੀ ਹੈ। ਹਵ ਭੀਖਮ ਘੋਰ ਮਸਾਨ ਮਚੀ। ਮਹਾਰਾਜ ਕਲਗੀਧਰ ਜੀ ਕਹਿੰਦੇ ਭਿਆਨਕ ਯੁੱਧ ਤੇ ਘੋਰ ਮਸਾਨ ਮਚੀ। ਇਸ ਤਰੀਕੇ ਨਾਲ ਹੋਇਆ ਮਾਨੋ ਘੋਰ ਭਿਆਨਕ ਭੂਤਨਾ ਯੁੱਧ ਦੇ ਮੈਦਾਨ ਵਿੱਚ ਮਚਿਆ ਹੋਵੇ। ਇਦਾਂ ਬੀਰਜਨਾਥ ਨੇ ਹਵ ਭੀਖਮ ਭਿਆਨਕ ਯੁੱਧ ਕੀਤਾ ਏ। ਮਾਨੋ ਭਿਆਨਕ ਭੂਤਨਾ ਮਚਿਆ ਹੋਵੇ, ਮੜੀਆਂ ਦੇ ਵਿੱਚ ਭੱਜਾ ਫਿਰਦਾ ਹੋਵੇ। ਕਬ ਸਿਆਮ ਸਮਾਜ ਹਰ ਪੂਜ ਰਚੀ। ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਆ ਇੱਥੇ ਸਿਆਮ ਦੀ ਮੋਹਰ ਲਾਈ ਹੈ ਮਹਾਰਾਜ ਨੇ। ਇਹ ਮਹਾਰਾਜ ਦਾ ਉਪਨਾਮ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਸਮਾਜ ਹਰ ਪੂਜ ਰਚੀ। ਇਸ ਤਰੀਕੇ ਨਾਲ ਹਰੀ ਦੀ ਪੂਜਾ ਦਾ ਸਮਾਜ ਸਮਾਨ ਰਚ ਕਰਕੇ ਜੋ ਇਹਨੇ ਭਿਆਨਕ ਯੁੱਧ ਕੀਤਾ ਹੈ। ਘੋਰ ਮਸਾਨ ਮਚੀ, ਮਸਾਨ ਵਾਂਗੂ ਘੋਰ ਭਿਆਨਕ ਯੁੱਧ ਦੇ ਮੈਦਾਨ ਵਿੱਚ ਜੋ ਬੀਰਜਨਾਥ ਮਚਿਆ ਏ ਸ਼ਸਤਰਾਂ ਅਸਤਰਾਂ ਨੂੰ ਲੈ ਕਰਕੇ। ਇਹ ਮਾਨੋ ਹਰੀ ਦੀ ਪੂਜਾ ਦਾ ਸਮਾਨ ਲਿਆ ਏ। ਸ਼ਸਤਰ ਅਸਤਰ ਕਾਹਦੇ ਹੈ? ਹਰੀ ਦੀ ਪੂਜਾ ਦਾ ਸਮਾਨ ਲੈ ਕੇ ਹਰੀ ਦੀ ਪੂਜਾ ਕੀਤੀ ਹੈ। ਜੋ ਭਿਆਨਕ ਯੁੱਧ ਦੇ ਵਿੱਚ ਮਸਾਨ ਵਾਂਗੂ ਬਚ ਕੇ ਇਹਨੇ ਯੁੱਧ ਕੀਤਾ ਏ ਸ਼ਸਤਰਾਂ ਅਸਤਰਾਂ ਨੂੰ ਲੈ ਕੇ। ਇਹ ਮਾਨੋ ਹਰੀ ਦੀ ਪੂਜਾ ਦਾ ਸਮਾਨ ਲੈ ਕੇ ਕਲਗੀਧਰ ਜੀ ਕਹਿੰਦੇ ਹਰੀ ਦੀ ਪੂਜਾ ਕੀਤੀ ਹੈ। ਵਿਰੋਧ ਸਮਾਜ ਭਗਵੰਤ ਜਜਿਓ। ਮਹਾਰਾਜ ਕਲਗੀਧਰ ਜੀ ਕਹਿੰਦੇ ਜਿਹੜਾ ਵਿਰੋਧਤਾ ਵਾਲਾ ਸਮਾਜ ਹੈ, ਇਹ ਨਹੀਂ ਹੈ ਕਿ ਹੱਕ ਵਾਲਾ ਸਮਾਨ ਲੈ ਕੇ ਹੀ ਪੂਜਾ ਹੋ ਸਕਦੀ ਹੈ। ਮਨ ਵਿੱਚ ਸ਼ਰਧਾ ਨਹੀਂ, ਲੱਖਾਂ ਘੰਟੇ ਲੱਖਾਂ ਨਗਾਰੇ ਭੇਰੀਆਂ ਵਜਾਈ ਜਾਓ, ਧੂਪ ਦੀਪ ਧੁਖਾਈ ਜਾਓ, ਕਿਸੇ ਅਰਥੇ ਨਹੀਂ। ਮਨ ਵਿੱਚ ਸ਼ਰਧਾ ਏ, ਭਾਵੇਂ ਭਗਵਾਨ ਨੂੰ ਗਾਲਾਂ ਹੀ ਕਿਉਂ ਨਾ ਕੱਢੀ ਜਾਓ, ਭਾਵੇਂ ਉਹਦੇ ਨਾਲ ਯੁੱਧ ਹੀ ਕਿਉਂ ਨਾ ਕਰੀ ਜਾਓ, ਭਗਵਾਨ ਦੀ ਖੁਸ਼ੀ ਮਿਲਦੀ ਹੈ। ਬੀਰਜਨਾਥ ਦੇ ਮਨ ਵਿੱਚ ਭਗਵਾਨ ਦਾ ਸਤਿਕਾਰ ਹੈ, ਪਰ ਉਹਦਾ ਧਰਮ ਹੈ ਕਿ ਹੁਣ ਯੁੱਧ ਦੇ ਵਿੱਚ ਨਿਤਰਿਆ ਏ, ਜਾਂ ਮਰਨਾ ਹੈ ਤੇ ਜਾਂ ਮਾਰਨਾ ਹੈ। ਉਹ ਆਪਣੇ ਧਰਮ ਨੂੰ ਨਿਭਾਉਂਦਾ ਪਿਆ ਹੈ। ਜੇ ਉਹ ਭੱਜ ਜਾਂਦਾ ਤੇ ਕਾਇਰ ਅਖਵਾਉਂਦਾ, ਉਹਨੂੰ ਪਤਾ ਜੇ ਮੈਂ ਭੱਜ ਗਿਆ ਤੇ ਕਾਇਰ ਅਖਵਾਵਾਂਗਾ, ਜੇ ਭਗਵਾਨ ਦੇ ਹੱਥੋਂ ਮਰ ਗਿਆ ਤੇ ਪਰਮ ਗਤੀ ਨੂੰ ਪ੍ਰਾਪਤ ਹੋਵਾਂਗਾ। ਇਦਾਂ ਗੁਰੂ ਖਾਲਸਾ ਜੀ ਮਨ ਵਿੱਚ ਸ਼ਰਧਾ ਤੇ ਭਾਰੀ ਹੈ।
ਪਰ ਭਗਵਾਨ ਦੇ ਨਾਲ ਵਿਰੋਧ ਹੈ। ਇਦਾਂ ਵਿਰੋਧਤਾ ਵਾਲੇ ਸ਼ਸਤਰ ਅਸਤਰ ਲੈ ਕੇ ਜੰਗ ਵਾਲੇ ਐਸਾ ਸਾਜੋ ਸਮਾਨ ਆਰਤੀ ਦੇ ਸਮਾਨ ਵਿੱਚ ਤਬਦੀਲ ਕਰਕੇ ਮੰਨ ਲਿਆ ਹੈ ਕਿ ਜਿਹੜਾ ਇਹ ਢਾਲਾ, ਇਹ ਸੇਲਾ, ਗਦਾ, ਗੁਰਜ ਹੈ, ਇਹ ਵਾਜੇ ਮੈਂ ਫੜੇ ਹਨ। ਜਿਹੜਾ ਚੱਕਰ ਫੜਿਆ ਹੈ, ਤੀਰ ਫੜੇ ਨੇ, ਇਹ ਆਰਤੀ ਦੀ ਥਾਲ ਹੈ, ਚੱਕਰ ਆਰਤੀ ਦਾ ਥਾਲ ਹੈ। ਜਿਹੜੇ ਤੀਰ ਨੇ ਇਹ ਵਿੱਚ ਦੀਵੇ ਜਗਦੇ ਪਏ ਨੇ। ਜਿਹੜੇ ਮੈਂ ਹਰੀ ਦੀ ਤਰਫ ਨੂੰ ਤੀਰ ਛੱਡਦਾ ਪਿਆ ਏ, ਇਹ ਹਰੀ ਦੀ ਸ਼ੋਭਾ ਗਾਉਣ ਵਾਲੇ ਆਰਤੀ ਦੇ ਗਵਈਏ ਨੇ। ਇਸ ਤਰੀਕੇ ਨਾਲ ਉਹਨੇ ਮੰਨ ਲਿਆ ਹੈ। ਵਿਰੋਧਾਚਾਰੀ ਦਾ ਸਮਾਨ ਲੈ ਕਰਕੇ ਤੇ ਭਗਵਾਨ ਦੀ ਪੂਜਾ ਅਰਚਨਾ ਕੀਤੀ ਹੈ। ਸਰਬਲੋ ਦੀ ਬੀਰਜਨਾਦ ਨੇ ਭਗਵੰਤ ਸਰਬਲੋ ਦੇ ਤਾਈ ਜਜਿਓ ਪੂਜਿਆ ਏ। ਕਰ ਚਿਤ ਇਕਾਗਰ ਈਸ ਭਜਿਓ। ਇਕਾਗਰ ਚਿਤ ਕਰਕੇ ਈਸ਼ ਸਰਬਲੋ ਭਗਵਾਨ ਨੂੰ ਭਜਿਓ, ਚੇਤੇ ਕਰਨਾ ਕੀਤਾ ਏ। ਭਗਉਤੀ ਭਗਵੰਤ ਭਗਤ ਹੁਵੈ ਕੈ। ਹਾਂ, ਭਗਉਤੀ ਜੋ ਭਗਵਾਨ ਦੀ ਸ਼ਕਤੀ ਹੈ, ਭਗਵੰਤ ਜੋ ਘਟ ਭਗਾਂ ਸੰਪੰਨ ਹੈ ਤੇ ਜੋ ਉਹਦੀ ਭਗਉਤੀ ਹੈ। ਗੁਰੂ ਖਾਲਸਾ ਜੀ ਵਿਚਾਰ ਸਾਗਰ ਵਿੱਚ ਵੀ ਇਹ ਗੱਲ ਲਿਖੀ ਹੈ ਕਿ ਜੋ ਵਾਹਿਗੁਰੂ ਦੀ ਸ਼ਕਤੀ ਹੈ ਉਹਨੂੰ ਭਗਵਤੀ ਕਹਿੰਦੇ ਨੇ। ਕਈਆਂ ਨੇ ਬ੍ਰਹਮ ਤੇ ਮਾਇਆ ਆਖਿਆ ਹੈ, ਕਈਆਂ ਨੇ ਪੁਰਖ ਤੇ ਪ੍ਰਕਿਰਤੀ ਆਖਿਆ ਹੈ, ਕਈਆਂ ਨੇ ਗੁਰੂ ਖਾਲਸਾ ਜੀ ਮਹਾਂ ਵਿਸ਼ਨੂੰ ਤੇ ਲక్ష్ਮੀ ਆਖਿਆ ਹੈ, ਕਈਆਂ ਨੇ ਕਾਦਰ ਤੇ ਕੁਦਰਤ ਆਖਿਆ ਹੈ, ਛਤਰੀਆਂ ਨੇ ਉਹਨੂੰ ਭਗਵੰਤ ਤੇ ਭਗਵਤੀ ਆਖਿਆ ਹੈ। ਐ ਸਮਝ ਲੈਣਾ, ਜਿਹਨੂੰ ਬ੍ਰਹਮ ਤੇ ਮਾਇਆ ਕਹਿੰਦੇ ਨੇ। ਸ਼ਕਤੀ ਸ਼ਕਤੀ ਨੂੰ ਜੁਦਾ ਨਹੀਂ ਹੁੰਦੀ। ਗੁਰੂ ਖਾਲਸਾ ਜੀ ਅੱਗ ਪ੍ਰਕਾਸ਼ ਦੇ ਨਾਲੋਂ ਜੁਦਾ ਨਹੀਂ, ਪ੍ਰਕਾਸ਼ ਅੱਗ ਦੇ ਨਾਲੋਂ ਜੁਦਾ ਨਹੀਂ ਹੈ। ਸਰੀਰ ਦੀ ਤਾਕਤ ਸਰੀਰ ਨਾਲੋਂ ਜੁਦਾ ਨਹੀਂ ਹੈ, ਸਰੀਰ ਗੁਰੂ ਖਾਲਸਾ ਜੀ ਤਾਕਤ ਨਾਲੋਂ ਜੁਦਾ ਨਹੀਂ ਹੈ। ਇਸ ਤਰ੍ਹਾਂ ਸਮਝਣਾ ਹੈ। ਸੋ ਸ਼ਕਤੀ ਤੇ ਸ਼ਕਤੀ ਦਾ ਭਗਤ ਬਣ ਕਰਕੇ, ਭਗਤ ਹੋ ਕਰਕੇ। ਵਿਰੋਧਾਚਾਰੀ ਨਿਜਮ ਕਹਿ ਕੇ। ਹਾਂ, ਵਿਰੋਧਾਚਾਰੀ ਨਿਜਮ ਕੀਤਾ ਏ। ਵੈਰ ਭਾਵ ਵਾਲੇ ਕਰਮ ਕਰਕੇ, ਐਸਾ ਨਿਜਮ ਕਰਕੇ ਪੂਜਾ ਕੀਤੀ ਆ ਬੀਰਜਨਾਦ ਨੇ। ਸੰਗਰਾਮ ਧਰਮਾਲ ਬਾਸ ਬਸਿਓ। ਜਿਹੜਾ ਯੁੱਧ ਦਾ ਮੈਦਾਨ ਹੈ, ਇਹ ਧਰਮਾਲਾ ਧਰਮ ਦਾ ਆਲਿਆ ਮੰਦਰ ਘਰ। ਧਰਮਾਲਿਆ ਮੈਨੇ ਮੰਦਰ, ਜਿੱਥੇ ਭਗਵਾਨ ਦੀ ਪੂਜਾ ਅਰਚਨਾ ਹੁੰਦੀ ਹੈ। ਇਹ ਯੁੱਧ ਦਾ ਮੈਦਾਨ ਧਰਮਾਲਯ ਗੁਰੂ ਖਾਲਸਾ ਜੀ ਮੰਦਰ ਹੈ ਤੇ ਇਹਦੇ ਵਿੱਚ ਵਸਣਾ ਕੀਤਾ ਹੈ। ਜਿਵੇਂ ਮੰਦਰ ਵਿੱਚ ਪੰਡਤ ਵਸ ਕੇ ਭਗਵਾਨ ਦੀ ਅਰਚਾ ਪੂਜਾ ਕਰਦੇ ਨੇ, ਇਦਾਂ ਹੀ ਯੁੱਧ ਦਾ ਮੈਦਾਨ ਮੰਦਰ ਦੀ ਨਿਆਈ ਸਮਝ ਕੇ ਇਹਦੇ ਵਿੱਚ ਵਾਸਾ ਕਰਕੇ, ਇਹਦੇ ਵਿੱਚ ਵਸ ਕਰਕੇ ਪੂਜਾ ਅਰਚਨਾ ਕੀਤੀ ਹੈ। ਸੂਰਤਾਪਨ ਧਰਮ। ਯੁੱਧ ਰੂਪੀ ਮੰਦਰ ਦੇ ਵਿੱਚ ਵਾਸਾ ਕਰਕੇ ਵਸਣਾ ਕੀਤਾ ਹੈ ਤੇ ਭਗਵਾਨ ਦੀ ਪੂਜਾ ਅਰਚਨਾ ਕੀਤੀ ਹੈ। ਸੂਰਤਾਪਨ ਧਰਮ ਕਬ ਰਾਮ ਦਸਿਓ। ਇੱਥੇ ਮਹਾਰਾਜ ਨੇ ਆਪਣਾ ਉਪਨਾਮ ਰਾਮ ਲਿਖਿਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਸੂਰਤਾਪਨ, ਸੂਰਤ ਆਪਨ, ਆਪਣਾ ਸੂਰਮਤਾਈ ਵਾਲਾ ਧਰਮ ਦੱਸਿਆ ਹੈ ਬੀਰਜਨਾਦ ਨੇ ਕਿ ਮੈਂ ਸੂਰਮਾ ਏ, ਯੁੱਧ ਛੱਡ ਕੇ ਨਹੀਂ ਭੱਜਾ। ਭਾਵੇਂ ਮੈਨੂੰ ਪਤਾ ਲੱਗ ਗਿਆ ਮੈਂ ਭਗਵਾਨ ਨਾਲ ਹੀ ਯੁੱਧ ਕਿਉਂ ਨਹੀਂ ਕਰ ਰਿਹਾ। ਸੂਰਮਾ ਉਹੀ ਹੈ। ਗੁਰੂ ਖਾਲਸਾ ਜੀ ਅੱਗੇ ਭਾਵੇਂ ਜਿੱਡੀ ਮਰਜ਼ੀ ਵੱਡੀ ਤਾਕਤ ਹੋਵੇ, ਯੁੱਧ ਛੱਡ ਕੇ ਨਾ ਭੱਜੇ, ਭਾਵੇਂ ਸ਼ਹੀਦ ਹੋ ਜਵੇ, ਉਹ ਵੀ ਗੁਰੂ ਖਾਲਸਾ ਜੀ ਜਿੱਤ ਨੂੰ ਹੀ ਪ੍ਰਾਪਤ ਹੁੰਦਾ ਹੈ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਇੰਜ ਬੀਰਜਨਾਦ ਨੇ ਆਪਣਾ ਸੂਰਮਤਾਈ ਵਾਲਾ ਧਰਮ ਦੱਸਿਆ ਏ, ਨਿਯਮ ਦੱਸਿਆ ਏ ਕਿ ਮੈਂ ਸੂਰਮਾ ਹਾਂ, ਮੇਰਾ ਛਤਰੀ ਧਰਮ ਹੈ। ਖੇਤਰ ਖੇਤਰਾਗ ਸਮਾਨ ਨ ਸੂਰਤਤਾ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਖੇਤਰ ਦਾ ਅਰਥ ਹੈ ਸਰੀਰ, ਅੰਤਾਕਰਨ, ਤੇ ਖੇਤਰਾਗ ਦਾ ਮਹਿਣਾ ਹੈ ਖੇਤਰ ਅਗ। ਖੇਤਰ ਮੈਨੇ ਅੰਤਾਕਰਨ ਦੇ ਨਾਲ, ਅੱਗੇ ਮੈਨੇ ਜਾਣਨਾ। ਅੰਤਾਕਰਨ ਨੂੰ ਇਕਾਗਰ ਕਰਕੇ ਅੰਤਾਕਰਨ ਦੇ ਨਾਲ ਜੋ ਬ੍ਰਹਮ ਨੂੰ ਜਾਣਨਾ ਹੈ, ਐਸਾ ਜੋ ਬ੍ਰਹਮ ਗਿਆਨ ਦੀ ਕਮਾਈ ਕਰਨੀ ਹੈ, ਇਹ ਵੀ ਸੂਰਤਤਾ ਸੂਰਮਤਾਈ ਦੇ ਸਮਾਨ ਨਹੀਂ ਹੈ। ਬ੍ਰਹਮ ਗਿਆਨ
ਆਪਣੀ ਦੇਹ ਨੂੰ, ਬੁੱਧੀ ਨੂੰ, ਮਨ ਨੂੰ ਕਰਵਾ ਕੇ ਪ੍ਰਭੂ ਨੂੰ ਜਾਣਨਾ ਹੈ, ਬ੍ਰਹਮ ਵਿੱਚ ਜੋ ਅਭੇਦ ਹੋਣਾ ਹੈ। ਇਹ ਵੀ ਗੁਰੂ ਖਾਲਸਾ ਜੀ ਸੂਰਮਤਾਈ ਤੋਂ ਊਣਾ ਹੀ ਹੈ, ਕਿਉਂਕਿ ਦੋ ਤਰ੍ਹਾਂ ਦੇ ਮਾਰਗ ਨੇ, ਇੱਕ ਚੀਟੀ ਮਾਰਗ ਹੈ, ਇੱਕ ਪੰਛੀ ਮਾਰਗ ਹੈ। ਕੀੜੀ ਗੁਰੂ ਖਾਲਸਾ ਜੀ ਰੁੱਖ ਦੇ ਸਿਖਰ ਤੇ ਜਾਣਾ ਚਾਹਵੇ, ਕਈ ਵਾਰ ਉਹ ਤਾਂ ਨੂੰ ਚੜ੍ਹਦੀ ਹੈ, ਕਈ ਵਾਰ ਠਾਂ ਡਿੱਗਦੀ ਹੈ। ਪੰਛੀ ਜਾਵੇ ਉੱਕੋ ਹੀ ਡਾਰੀ ਮਾਰ ਕੇ ਰੁੱਖ ਦੀ ਚੋਟੀ ਤੇ ਜਾ ਬਹਿੰਦਾ ਹੈ। ਜਿਹੜਾ ਗੁਰੂ ਖਾਲਸਾ ਜੀ ਹਿਰਦੇ ਨੂੰ ਇਕਾਗਰ ਕਰਕੇ ਬ੍ਰਹਮ ਨੂੰ ਜਾਣਨਾ, ਐਸੀ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋਣਾ, ਇਹ ਚੀਟੀ ਮਾਰਗ ਹੈ। ਅਜੋ ਸੁਨਾਓ ਸਮੁੰਦਰ ਮੈਂ ਕਿਆ ਜਾਣਾ ਕਿਆ ਹੋ। ਜਿੰਨਾ ਚਿਰ ਤੱਕ ਗੁਰੂ ਖਾਲਸਾ ਜੀ ਬੇੜੀ ਸਮੁੰਦਰ ਵਿੱਚ ਹੈ, ਕੀ ਪਤਾ ਕੀ ਹੋਵੇ, ਬੰਨੇ ਲੱਗੇ ਕਿ ਨਾ ਲੱਗੇ। ਜਿਹੜਾ ਸੂਰਮਤਾਈ ਦਾ ਮਾਰਗ ਹੈ, ਹਟ ਕਰਕੇ ਯੁੱਧ ਦੇ ਮੈਦਾਨ ਵਿੱਚ ਸ਼ਹੀਦ ਹੋ ਜਾਣਾ, ਪਰਮ ਗਤੀ ਨੂੰ ਪ੍ਰਾਪਤ ਹੋ ਜਾਂਦਾ ਏ ਐਸਾ ਸੂਰਮਾ। ਇਸ ਲਈ ਸੂਰਮਤਾਈ ਦੇ ਬਰਾਬਰ ਬ੍ਰਹਮ ਗਿਆਨ ਦੀ ਅਵਸਥਾ ਵੀ ਨਹੀਂ ਕਹੀ ਕਲਗੀਧਰ ਜੀ ਨੇ। ਕਬ ਰਾਮ ਪਨੈ ਇਹ ਵਿਰੋਧ ਮਤਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਇਸ ਤਰੀਕੇ ਦਾ ਇਹ ਵਿਰੋਧ ਮਤ ਹੈ। ਏਦਾਂ ਗੁਰੂ ਖਾਲਸਾ ਜੀ ਵਿਰੋਧ ਕਰਨਾ, ਯੁੱਧ ਦੇ ਮੈਦਾਨ ਵਿੱਚ ਲੜਨਾ, ਲੜ ਮੜ ਕੇ ਜਾਂ ਮਰਨਾ ਜਾਂ ਮਾਰਨਾ, ਐਸਾ ਇਹ ਵਿਰੋਧ ਮਤ ਹੈ। ਇਹ ਖਾਲਸਾ ਜੀ ਤੁਹਾਨੂੰ ਦੱਸਿਆ ਏ ਕਿ ਵੇਖੋ ਵੀਰ ਜਨਾਥ ਦਾ ਭਗਵਾਨ ਦੇ ਨਾਲ ਮੱਥਾ ਲੱਗ ਗਿਆ, ਖੁਦਾ ਨਾਲ, ਤਾਂ ਵੀ ਉਹ ਪਿਛਾਂਹ ਨਹੀਂ ਮੁੜਿਆ ਤੇ ਭਗਵਾਨ ਨੇ ਵੀ ਉਹਦੇ ਉੱਪਰ ਬੜੀਆਂ ਖੁਸ਼ੀਆਂ ਕੀਤੀਆਂ। ਨਿਸ਼ਠਾ ਭਗਵੰਤ ਵਿਖੇ ਧਰ ਕੇ। ਭਗਵਾਨ ਦੇ ਵਿੱਚ ਨਿਸ਼ਠਾ ਸ਼ਰਧਾ ਰੱਖ ਕੇ ਭਗਵਾਨ ਦੇ ਚਰਨਾਂ ਵਿੱਚ ਨਿਸ਼ਚੈ ਹਰ ਮਾਹੇ ਸਮਰ ਕਰਕੇ। ਹਾਂ, ਹਰੀ ਦੇ ਵਿੱਚ ਨਿਸ਼ਚਾ ਕਰਕੇ ਤੇ ਸਮਰ ਕਰਕੇ, ਜੰਗ ਨੂੰ ਕਰਕੇ। ਤਨ ਮਨੰ ਸਮਰਪਿਓ ਈਸ਼ਵਰ ਹੀ। ਵੀਰ ਜਨਾਦ ਨੇ ਹਰੀ ਦੇ ਵਿੱਚ ਨਿਸ਼ਚਾ ਰੱਖ ਕੇ, ਹਰੀ ਨਾਲ ਜੰਗ ਕਰਕੇ, ਤਨ ਮਨ ਹਰੀ ਨੂੰ ਹੀ ਸਮਰਪਿਤ ਕਰ ਦੇਣਾ ਕੀਤਾ ਏ। ਜਗ ਜਾਨ ਅਨਿਤ ਨਿਤਯ ਈਸ਼ਵਰ ਹੀ। ਹਾਂ, ਜਗਤ ਨੂੰ ਅਨਿਤ ਝੂਠਾ ਜਾਣ ਕੇ ਨਿਤਯਮ ਈਸ਼ਵਰ, ਅਰਥ ਵੇਲੇ ਨਿਤਯਮ ਈਸ਼ਵਰ। ਈਸ਼ਵਰ ਕਹੀਏ ਸਰਬਲੋ ਭਗਵਾਨ ਨੂੰ, ਨਿਤਯਮ ਮੈਨੇ ਸੱਚਾ ਹੀ ਨਿਸ਼ਚੇ ਕਰਕੇ ਜਾਣ ਕੇ, ਜਗਤ ਨੂੰ ਝੂਠਾ ਜਾਣ ਕੇ, ਤਨ ਮਨ ਹਰੀ ਨੂੰ ਸਮਰਪ ਕੇ, ਹਰੀ ਵਿੱਚ ਨਿਸ਼ਚਾ ਰੱਖ ਕੇ, ਹਰੀ ਦੇ ਨਾਲ ਯੁੱਧ ਕਰਕੇ, ਏਦਾਂ ਵਿਰੋਧ ਮਤ ਨੂੰ ਵੀਰ ਜਨਾਦ ਨੇ ਦਰਸਾਇਆ ਏ। ਜਿਹੜਾ ਵਿਰੋਧ ਦਾ ਮਤ ਹੈ, ਜਿਹੜਾ ਯੁੱਧ ਦਾ ਮਤ ਹੈ, ਯੁੱਧ ਕਰਕੇ ਜਿਵੇਂ ਸੂਰਮੇ ਪਰਮ ਗਤੀ ਨੂੰ ਪ੍ਰਾਪਤ ਹੁੰਦੇ ਨੇ, ਇਹ ਛਤਰੀਆਂ ਦਾ ਵਿਰੋਧ ਮਤ ਹੈ। ਕਾਲ ਕਰਮ ਬਿਹੀਨ ਨਿਹ ਕਰਮ ਸਦਾ। ਹਾਂ, ਵੀਰ ਜਨਾਦ ਨੇ ਲੜਾਈ ਦੇ ਕਰਮ ਤੋਂ ਬਿਨਾਂ ਹੋ ਕਰਕੇ, ਇੱਕ ਦੇ ਗੁਰੂ ਖਾਲਸਾ ਜੀ ਦਵੈਸ਼ ਭਾਵਨਾ ਰੱਖ ਕੇ, ਵਿਰੋਧ ਰੱਖ ਕੇ ਲੜਾਈ ਲੜੀ ਦੀ ਹੈ, ਪਰ ਵੀਰ ਜਨਾਦ ਦੇ ਹਿਰਦੇ ਵਿੱਚ ਲੜਾਈ ਦੀ ਭਾਵਨਾ ਨਹੀਂ, ਕੋਈ ਭਾਵਨਾ ਨਹੀਂ ਵੀ ਯੁੱਧ ਜਿੱਤਣਾ ਹੈ ਕਿ ਹਾਰਨਾ ਹੈ। ਨਿਹ ਕਰਮ ਮੈਨੇ ਨਿਸ਼ਕਾਮ ਹੋ ਕਰਕੇ ਸਦਾਈ। ਤਿਸ ਧਿਆਨ ਪਗਿਓ ਲੈ ਸ਼ਿਪਰ ਗਦਾ। ਹਾਂ, ਜਦੋਂ ਵੀਰ ਜਨਾਦ ਨੂੰ ਆਕਾਸ਼ਵਾਣੀ ਨੇ ਬ੍ਰਹਮ ਗਿਆਨ ਕਰਾਤਾ, ਉਦੋਂ ਤੋਂ ਲੈ ਕੇ ਸਦਾ ਹੀ ਨਿਸ਼ਕਾਮ ਹੋ ਕੇ, ਫਿਰ ਜਿਹੜੇ ਕਲ ਕਰਮ ਕਲਯੁਗ ਦੇ ਕਰਮ ਨੇ, ਈਰਖਾ ਕਰਨੀ, ਵੈਰ ਕਰਨਾ, ਵਿਰੋਧ ਕਰਨਾ, ਗਰੀਬਾਂ ਨੂੰ ਤੰਗ ਕਰਨਾ, ਇਹਨਾਂ ਕਲਯੁਗ ਦੇ ਅਸ਼ੁਭ ਕਰਮਾਂ ਤੋਂ ਬਿਨਾਂ ਹੋ ਕੇ ਤੇ ਸ਼ਿਪਰ ਢਾਲ ਤੇ ਗਦਾ ਲੈ ਕਰਕੇ ਤੇ ਇਸ ਸਰਬਲੋ ਭਗਵਾਨ ਦੇ ਧਿਆਨ ਵਿੱਚ ਆਪਣੀ ਬਿਰਤੀ ਨੂੰ ਲੀਨ ਕਰਕੇ ਭਗਵਾਨ ਦੇ ਚਰਨਾਂ ਵਿੱਚ ਪੱਗਿਓ ਮਿਲਿਆ ਏ। ਇਹ ਵੀਰ ਜਨਾਦ ਵਿਰੋਧ ਸਮਾਜੰ ਜਜਿਓ ਨਰ ਹਰ। ਹਾਂ, ਵਿਰੋਧਾਚਾਰੀ ਦਾ ਸਮਾਨ ਲੈ ਕੇ ਤੇ ਭਗਵਾਨ ਨੂੰ ਪੂਜਣਾ ਕੀਤਾ ਏ, ਜੋ ਨਰਾਂ ਨੂੰ ਹਰੇ ਕਰਨ ਵਾਲਾ ਏ। ਪਟ ਧਾਰਨ ਸਮਰ ਮੰਡਿਓ ਰਿਸ ਭਰ। ਹਾਂ, ਭਿਆਨਕ ਜੰਗ ਦੇ ਵਿੱਚ ਕੁੱਦਿਆ ਏ, ਗੁੱਸਾ ਭਰ ਕੇ ਵੀਰ ਜਨਾਦ ਮਨ ਵਿੱਚ। ਜਿਮ ਪ੍ਰੇਮ ਪਗੇ ਉਰਦਾਸ ਭਜੇ। ਜਿਵੇਂ ਗੁਰੂ ਖਾਲਸਾ ਜੀ ਹਿਰਦੇ ਦੇ ਵਿੱਚ ਹਿਰਦਾ ਪ੍ਰੇਮ ਦੇ ਨਾਲ ਪੱਗੇ ਮੈਨੇ ਭਿੱਜਿਆ ਹੋਵੇ, ਜਿਵੇਂ ਪ੍ਰੇਮ ਪੱਗੇ ਉਰਦਾਸ ਭਜੇ। ਜਿੱਦਾਂ ਦਾਸ ਦਾ ਹਿਰਦਾ ਜਿਉਂ-ਜਿਉਂ ਪ੍ਰੇਮ ਵਿੱਚ ਪੱਗੇ ਭਿੱਜਦਾ ਜਾਂਦਾ ਏ,
ਤਿਉਂ ਤਿਉਂ ਦਾਸ ਵਾਹਿਗੁਰੂ ਨੂੰ ਚੇਤੇ ਕਰਦਾ ਹੈ। ਇਸੇ ਤਰੀਕੇ ਦੇ ਨਾਲ ਤਿਮ ਰੋਸ ਸਨੇ ਧਨੁਰਾਜ ਜਜੇ। ਜਿਉਂ ਜਿਉਂ ਧਨੁਰਾਜ ਬੀਰਜਨਾਥ ਦੇ ਮਨ ਵਿੱਚ ਰੋਹ ਵੱਧਦਾ ਜਾਂਦਾ ਹੈ, ਰੋਸ ਗੁੱਸੇ ਦੇ ਸਮੇਤ ਉਹ ਸਰਬਲੋ ਭਗਵਾਨ ਨੂੰ ਜਜੈ ਮੈਨੇ ਪੂਜਦਾ ਪਿਆ ਹੈ। ਇਦਾਂ ਭਗਵਾਨ ਦੀ ਪੂਜਾ ਕੀਤੀ। ਇਹ ਵਿਰੋਧ ਮਤ ਜੋ ਛਤਰੀਆਂ ਦਾ ਮਤ ਹੈ, ਉਹ ਜਿਵੇਂ ਆਰਤੀ ਭਗਵਾਨ ਦੀ ਕਰਦੇ ਨੇ, ਉਹ ਗੁਰੂ ਖਾਲਸਾ ਜੀ ਇੱਥੇ ਕਥਨ ਕੀਤੀ ਹੈ। ਬੀਰਜਨਾਥ ਨੇ ਯੁੱਧ ਦਾ ਸਮਾਨ ਲੈ ਕੇ ਸਰਬਲੋ ਭਗਵਾਨ ਦੀ ਆਰਤੀ ਕੀਤੀ ਹੈ। ਬਰਛੀਆਂ ਚੱਕਰਾਂ ਦੇ ਨਾਲ ਭਗਵਾਨ ਨਾਲ ਯੁੱਧ ਕਰਕੇ ਇਹ ਗੁਰੂ ਖਾਲਸਾ ਜੀ ਛਤਰੀਆਂ ਦੀ ਆਰਤੀ ਹੈ। ਇੱਥੋਂ ਤੱਕ ਇਹ ਗੁਰੂ ਖਾਲਸਾ ਜੀ ਨਿਰਸੰਕ ਨਿਸਾਚਰ ਕਾਣ ਤਜਿਓ, ਸਰ ਸੰਗਨ ਸੇਲਨ ਈਸ ਜਜਿਓ। ਇੱਥੋਂ ਇਹ ਸ਼ੁਰੂ ਹੋਵੇਗੀ। ਇਹ ਆਰਤੀ ਮਹਾਰਾਜ ਕਲਗੀਧਰ ਜੀ ਨੇ ਆਰਤੀ ਦਾ ਰੂਪਕ ਅਲੰਕਾਰ ਯੁੱਧ ਦੇ ਨਾਲ ਵਰਣਨ ਕੀਤਾ ਹੈ। ਇਹ ਕਲਗੀਧਰ ਪਾਤਸ਼ਾਹ ਜੀ ਦੀ ਮਹਾਨ ਵਿਦਿਆ ਹੈ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਜਿਮ ਪ੍ਰੇਮ ਪਗੇ ਉਰਦਾਸ ਭਜੇ, ਤਿਮ ਰੋਸ ਸਨੇ ਧਨੁਰਾਜ ਜਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।